ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਅਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਸਰਕਾਰ ਦੇ ਉੱਤੇ ਉਂਗਲ ਉੱਠਦੀ ਹੈ ਕਿ ਇਹ ਕਿਤੇ ਐਲਾਨਵੰਤ ਸਰਕਾਰ ਨਾ ਬਣ ਜੇ। ਆਪਾਂ ਕੱਲ ਗੱਲ ਕੀਤੀ ਸੀ ਕਿ ਕਰੋੜਾਂ ਦੇ 1000 ਕਰੋੜ ਦਾ ਘੁਟਾਲਾ, ਸਿੰਚਾਈ ਘੁਟਾਲਾ, ਉਹਦੇ 'ਚ ਕੁਝ ਨਹੀਂ ਕੀਤਾ ਜਾ ਰਿਹਾ। ਚਰਚਾ ਬਹੁਤ ਕਰ ਦਿੰਦੇ ਨੇ ਕਿ ਅਸੀਂ ਬਸ ਬਹੁਤ ਛੇਤੀ ਕਰਨ ਲੱਗੇ ਆ। ਹੁਣ ਇੱਕ ਦਿਨ ਦੇ ਵਿੱਚ ਕਈ ਘੁਟਾਲੇ ਗਿਣਾਤੇ। ਇੱਕ ਤਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ, ਸਾਬਕਾ ਮੰਤਰੀ ਨੇ ਕਾਂਗਰਸ ਦੇ, ਉਹਨਾਂ ਦੇ ਖਿਲਾਫ ਪਿਛਲੇ ਦਿਨਾਂ ਚਰਚਾ ਰਹੀ। ਹੁਣ ਉਹਨਾਂ ਦੇ ਪੀਏ ਤੇ ਪਰਚਾ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਕਿਤੇ ਚੱਲ ਰਿਹਾ। ਕੋਈ 150 ਕਰੋੜ ਦਾ ਘੁਟਾਲੇ ਦੀ ਗੱਲ ਆ ਰਹੀ ਹੈ। ਕੋਈ ਫਤਿਹ ਕਿੱਟਾਂ ਦੇ ਵਿੱਚ ਘੁਟਾਲੇ ਦੀ ਗੱਲ ਆ ਰਹੀ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਬਹੁਤ ਛੇਤੀ ਕਰ ਦਿੰਦੇ ਨੇ ਕਿ ਦੇਖੋ ਜੀ ਆਹ ਘੁਟਾਲਾ, ਅਸੀਂ ਬਸ ਪੜਨ ਜਾ ਰਹੇ ਹਾਂ। ਏਦਾਂ ਲੱਗਦਾ ਕਿ ਇੰਨੇ ਨੂੰ ਅਗਲਾ ਤਿਆਰੀ ਕਰ ਲੈਂਦਾ ਤੇ ਉਸ ਤੋਂ ਬਾਅਦ ਫਿਰ ਜ਼ਮਾਨਤਾਂ ਲੱਗ ਜਾਂਦੀਆਂ। ਕੋਈ ਬਾਹਰੋਂ ਬਾਹਰ ਲੈ ਜਾਂਦਾ, ਜਿਹਨੂੰ ਹੱਥ ਪੈ ਗਿਆ। ਨਹੀਂ ਤਾਂ ਫਿਰ ਸਰਕਾਰ ਦਾ ਕੰਮ ਤਾਂ ਬਣ ਜਾਂਦਾ ਨਾ ਕਿ ਖਬਰਾਂ ਲੱਗ ਗਈਆਂ, ਅਸੀਂ ਜੀ ਭ੍ਰਿਸ਼ਟਾਚਾਰ ਦੇ ਉੱਤੇ ਨਕੇਲ ਕੱਸ ਰਹੇ ਹਾਂ। ਸੁਖਵਿੰਦਰ, ਅਟਕਲ ਪੱਚੂ ਸਰਕਾਰ ਹੈਗੀ। ਅਟਕਲ ਪੱਚੂ ਸਮਝ ਗਏ? ਮਤਲਬ ਕਦੀ ਇੱਥੇ ਹੱਥ ਮਾਰ, ਅੱਕੀ ਪਲਾਈ ਹੱਥ ਮਾਰ ਕੇ ਕੰਮ ਚਲਾਉਣਾ। ਕੋਈ ਪਲੈਨਿੰਗ, ਕੋਈ ਸੇਧ, ਕੋਈ ਪਹਿਲਾਂ ਕੀ ਕਰਨਾ, ਬਾਅਦ ਚ ਕੀ ਕਰਨਾ, ਕਿਵੇਂ ਕਰਨਾ, ਕੋਈ ਉਹਦੇ ਚ ਸੀਰੀਅਸ ਨਾ ਚਿੰਤਨ ਤੇ ਨਾ ਚਿੰਤਾ ਦਿਖਦੀ ਹੈ। ਆਉਂਦਿਆਂ ਹੀ ਜਿਹੜੇ ਮਿਨਿਸਟਰ ਦਾ ਜਿੱਥੇ ਦਾ ਲੱਗਦਾ ਉਹ ਗੁੱਡੀ ਚੜਾਈ ਤੁਰਿਆ ਜਾਂਦਾ। ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਆਉਂਦਿਆਂ ਹੀ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਣ ਦਾ ਕੀਤਾ। ਰੋਜ਼ ਇੱਕ ਤਕੜੀ ਖਬਰ ਤੇ ਰੋਜ਼ ਇੱਕ ਤਕੜੀ ਫੋਟੋ, ਤੇ ਕਈ ਤੇ ਆਪ ਹੀ ਦਾਨ ਕਰਨ ਲੱਗ ਪਏ ਸਰਕਾਰ ਨੂੰ। ਜਿਵੇਂ ਵਰੋਬਾ ਭਾਵੇ ਨੂੰ ਬਹੁਤ ਸਾਰੇ ਲੋਕਾਂ ਨੇ ਫਾਲਤੂ ਜ਼ਮੀਨ ਦਾਨ ਕਰਤੀ ਸੀ ਵੀ ਆਹ ਲਓ ਜੀ ਚੱਕੋ 1000 ਏਕੜ, ਆਹ ਲਓ ਜੀ 200 ਏਕੜ, ਤੁਸੀਂ ਆਪਣੇ 50,000 ਏਕੜ ਦਾ ਜਿਹੜਾ ਪੰਚਾਇਤੀ ਜਾਂ ਸਰਕਾਰੀ ਜ਼ਮੀਨਾਂ ਛਡਾਉਣੀਆਂ ਉਹ ਕੋਟਾ ਪੂਰਾ ਕਰੋ। ਉਹ ਕਹਿੰਦੇ ਜੀ 9000। ਮੈਂ ਕਹਿੰਦਾ 900 ਏਕੜ ਵੀ ਨਹੀਂ ਹੋਣੀ ਇਹਨਾਂ ਕੋਲ। 9000 ਕਾਗਜ਼ਾਂ 'ਚ ਇੱਕ ਵਾਰੀ ਛਡਾ ਕੇ ਜੋੜ ਕਰ ਲਿਆ। ਤੁਹਾਡੇ ਕੰਟਰੋਲ 'ਚ ਕਿੰਨੀ ਜ਼ਮੀਨ ਹੈ ਜਿਹੜੀ ਬਿਲਕੁਲ ਜਿਹਦੇ ਤੇ ਕੋਈ ਕੇਸ ਨਹੀਂ ਹੈਗਾ, ਜਿਹੜੀ ਤੁਸੀਂ ਹੁਣ ਉਹਦੇ ਤੇ ਜੋ ਮਰਜ਼ੀ ਉਗਾ ਸਕਦੇ, ਬੀਜ ਸਕਦੇ ਆ ਜਾਂ ਕਿਸੇ ਨੂੰ ਗਾਂਹ ਠੇਕੇ ਤੇ ਦੇ ਸਕਦੇ, ਉਹ ਸਾਨੂੰ ਦੱਸੋ ਕਿੰਨੀ ਹੈ। ਉਹ ਹੁਣ ਬੰਦ ਹੋ ਗਿਆ ਕਿਉਂਕਿ ਵੇਖਿਆ ਕਿ ਇਹ ਤੇ ਯਾਰ ਕੰਮ ਹੀ ਬੜਾ ਔਖਾ। ਜਿਹੜਾ ਉੱਠਦਾ ਕੋਈ ਕੋਰਟ ਚਲੇ ਜਾਂਦਾ, ਕੋਈ ਸਾਨੂੰ ਭਰਸਣਾ ਬੜੀ ਹੋ ਰਹੀ ਹੈ। ਸ਼ਾਇਦ ਕੇਜਰੀਵਾਲ ਨੇ ਵੀ ਕਿਹਾ ਹੋਣਾ ਓਏ ਆਹ ਕੰਮ ਛੱਡ ਦਿਓ, ਇਹ ਕੰਮ ਤੁਹਾਨੂੰ ਮਹਿੰਗਾ ਪਊਗਾ, ਕਿਉਂਕਿ ਕਿਸਾਨਾਂ ਨੇ ਵੀ ਡੰਡੇ ਚੱਕ ਲਏ। ਕਿਸਾਨ ਹੁਣ ਤੇ ਅੱਗੇ ਨਾਲੋਂ ਤਕੜੇ ਹੋਏ, ਤੁਹਾਨੂੰ ਪਤਾ ਗਏ ਹੋਏ ਆ ਉੱਥੇ ਲਖੀਮਪੁਰ ਖੀਰੀ, ਚੰਗਾ ਜਮਾਵੜਾ ਉੱਥੇ ਲਾਇਆ ਹੋਇਆ ਉਹਨਾਂ ਨੇ। ਤਾਂ ਉਹ ਫੇਰ ਜਿਸ ਤਰ੍ਹਾਂ ਹੁੰਦੀਆਂ ਨਾ ਫੌਜਾਂ, ਇੱਕ ਵਾਰੀ ਥੋੜਾ ਜਿਹਾ ਸਾਹ ਸੂਹ ਲੈ ਕੇ ਫਿਰ ਇਕੱਠੀਆਂ ਹੋਣ ਲੱਗ ਜਾਂਦੀਆਂ, ਉਹ ਵੀ ਅੱਗੇ ਨਾਲੋਂ ਤਕੜੇ ਹੋ ਰਹੇ। ਇਹਦਾ ਮਤਲਬ ਕਿ ਬਿਲਕੁਲ ਹੀ ਇਹ ਏਜੰਡਾ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਦਾ ਸੀਗਾ ਉਹ ਹੁਣ ਤੁਹਾਨੂੰ ਠੰਡੇ ਬਸਤੇ 'ਚ ਪਿਆ ਲੱਗਦਾ। ਹੁਣ ਆ ਗਿਆ ਭ੍ਰਿਸ਼ਟਾਚਾਰ ਮੁਕਤ ਰਾਜ। ਲਓ ਜੀ ਕਰੋ, ਅਸੀਂ ਵੀ ਥੋੜਾ ਜਿਹਾ ਹੋਰ ਹਵਾ ਦੇ ਦਿੰਦੇ ਆ ਵੀ ਇਹ ਤੇ ਬਹੁਤ ਜ਼ਰੂਰੀ ਹੈ, ਪਰ ਤੁਸੀਂ ਆਪਣੇ ਤੌਰ ਤੇ ਸਮਝੋ ਕੀ ਜ਼ਰੂਰੀ ਹੈ। ਸਾਡੀ ਹਵਾ ਦੇ ਨਾਲ ਥੋੜੀ ਚੱਲਣਾ ਤੁਸੀਂ। ਅਸੀਂ ਨਹੀਂ, ਦੇਖੋ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਿਸਟਮ ਜਿਹੜੀ ਆ ਗੁੱਡ ਗਵਰਨੈਂਸ ਹੋਣੀ ਚਾਹੀਦੀ ਆ। ਕੋਰਟਾਂ, ਕਚਹਿਰੀਆਂ, ਦਫ਼ਤਰਾਂ ਦੇ ਵਿੱਚ ਕੰਮ ਤੁਰੰਤ ਹੋਣੇ ਚਾਹੀਦੇ ਆ। ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਤੁਹਾਡੇ ਸਰਕਾਰੀ ਕਰਿੰਦਿਆਂ ਨੂੰ ਪਿਛਲ ਝਾਕ ਨਹੀਂ ਹੋਣੀ ਚਾਹੀਦੀ ਕਿ ਕੋਈ ਚਾਹ ਦਾ ਕੱਪ ਪਿਲਾਊ, ਕੋਈ ਬੋਤਲ ਦਊ, ਕੋਈ ਮੈਨੂੰ ਫਲਾਨੀ ਜਗ੍ਹਾ ਮਾੜੀ ਜਿਹੀ ਜ਼ਮੀਨ ਸਸਤੀ ਦਵਾਊ, ਜਾਂ ਉੱਥੇ ਮੇਰਾ ਕੰਮ ਕਰੂ, ਜਾਂ ਮੇਰੇ ਨਿਆਣੇ ਨੂੰ ਕਾਲਜ 'ਚ ਦਾਖਲ ਕਰਾਓ। ਇਹੋ ਜਿਹੇ ਕੰਮ ਸਾਰਾ ਕੁਝ ਚੱਲੀ ਜਾਂਦਾ, ਦਿਨ ਰਾਤ ਗਿਣੀ ਤੁਰੇ ਜਾਂਦੇ ਸਾਰੇ। ਜਿਹੜੇ ਉਹ ਕੰਮ ਜਿਹੜੇ ਆ ਉਹ ਅਸੀਂ ਵੀ ਚਾਹੁੰਦੇ ਹਾਂ ਬੰਦ ਹੋ ਕੇ ਇੱਕ ਸਾਫ਼ ਸੁਥਰੀ ਸਰਕਾਰ ਹੋਵੇ। ਪਰ ਕੀ ਉਹਦੇ ਨਾਲੋਂ ਜ਼ਰੂਰੀ ਹੋਰ ਕੋਈ ਕੰਮ ਹੀ ਨਹੀਂ ਹੈਗਾ? ਤੁਹਾਡੇ ਕੋਲ ਰੇਤਾ ਬੱਜਰੀ ਰੁਕੀ ਨਹੀਂ, ਬਿਲਕੁਲ ਨਹੀਂ ਰੁਕੀ ਹੈ। ਉਸੇ ਤਰੀਕੇ ਨਾਲ ਵੱਡੇ ਪੱਧਰ ਤੇ ਚੱਲ ਰਿਹਾ ਜਿਹੜਾ 2 ਨੰਬਰੀ ਕੰਮ। ਤੁਹਾਡੇ ਕੋਲੋਂ ਨਸ਼ਿਆਂ ਦਾ ਕੰਮ ਨਹੀਂ ਰੁਕਿਆ, ਉਹ ਵੀ ਉਸੇ ਤਰ੍ਹਾਂ ਵੱਡੇ ਪੱਧਰ ਤੇ ਚੱਲ ਰਿਹਾ। ਤੇ ਇਹ ਜਿਹੜੀਆਂ ਪ੍ਰਾਇਓਰਿਟੀਜ਼ ਬਹੁਤ ਜ਼ਰੂਰੀ ਸੀਗੀਆਂ, ਉਸ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਪੜ੍ਹਾਈ ਦਾ, ਹੈਲਥ ਦਾ, ਇਹ ਸਾਰੀਆਂ ਗੱਲਾਂ ਨੂੰ ਤੁਹਾਨੂੰ ਫਰੰਟ ਤੇ ਲਿਆ ਕੇ ਲੋਕਾਂ ਨੂੰ ਇੰਪਲਾਈਜ਼ ਕਿੰਨਿਆਂ ਨੂੰ ਤੁਸੀਂ ਆਉਂਦਿਆਂ ਹੀ ਕਹਿਤਾ 25000 ਨਵੇਂ, 36000 ਪੁਰਾਣੇ ਠੇਕੇ ਵਾਲੇ ਕਰ ਲਓ। 36 ਤੇ 25 ਜੋੜ ਲਓ, ਕਿੰਨੇ ਬਣਦੇ ਆ? 50 ਤੋਂ ਉੱਪਰ ਹੀ ਬਣਦੇ ਆ, ਹੈਨਾ। ਤੇ ਇਹ ਕਾਫੀ ਵੱਡੀ ਗਿਣਤੀ 'ਚ ਇਹਨਾਂ ਨੇ ਰੌਲਾ ਰੱਪਾ ਢੋਲਕੀ ਵਜਾ ਕੇ, ਢੋਲ ਕੋਠੇ ਤੇ ਭਗਵੰਤ ਮਾਨ ਨੇ ਗਲ 'ਚ ਪਾ ਕੇ ਤੇ ਕੋਠੇ ਤੇ ਵਜਾ ਕੇ ਸਾਰੇ ਪੰਜਾਬ 'ਚ ਰੌਲਾ ਪਾਤਾ, ਮਨਾਦੀ ਕਰਤੀ। ਹੁਣ ਮਨਾਦੀ ਹੋ ਗਈ, ਲੋਕ ਦੇਖ ਰਹੇ ਮੂੰਹ ਤਾਂ ਨੂੰ ਕਰਕੇ ਵੀ ਕਦੋਂ ਆਊ ਨੌਕਰੀ, ਕਦੋਂ ਆਊ ਨੌਕਰੀ। ਤੇ ਰੋਜ਼ ਹੀ ਇੱਟ ਸਿਆਪਾ ਹੋਣਾ ਸ਼ੁਰੂ ਹੋ ਗਿਆ। ਜੇ ਤੁਹਾਡੇ ਕੋਲ ਹੈ ਹੀ ਨਹੀਂ ਕੁਝ ਪੱਲੇ ਅੱਲੇ ਤੇ ਪੈਸੇ ਯਾਰ ਇਕੱਠੇ ਕਰੋ, ਫਿਰ ਨੌਕਰੀ ਦਿਓ, ਫਿਰ ਅਨਾਉਂਸ ਕਰ ਦੇ।
ਮੈਂ ਪ੍ਰੋਫੈਸਰ ਸਾਹਿਬ ਇੱਥੇ ਜੋੜਦਾ, ਕੋਈ ਇਹ ਨਾ ਕਹੇ ਕਿ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ। ਹੁਣ ਅਗਲੇ ਦਿਨਾਂ 'ਚ 23 ਅਗਸਤ ਨੂੰ ਸ਼ਾਇਦ ਜਿਹੜੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਪੇਪਰ ਦਿੱਤਾ ਸੀ 4358 ਨੇ, ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇਣੇ ਨੇ। ਇਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਕਹਿੰਦੇ ਨੇ ਕਿ ਅਸੀਂ ਆਹ ਕੁਝ ਕਰ ਰਹੇ ਹਾਂ, ਪਰ ਆਪਣੀ ਸਰਕਾਰ ਹੋਣ ਤੇ ਜਿਹੜੀਆਂ ਨੌਕਰੀਆਂ ਆਪਣੇ ਵੱਲੋਂ ਪੈਦਾ ਕਰਨੀਆਂ ਸੀ, ਸਵਾਲ ਉਹਨਾਂ ਤੇ ਉੱਠ ਜਾਂਦਾ। ਜਿਹੜੀਆਂ ਦੇ ਦਿੱਤੀਆਂ ਜਾਣਗੀਆਂ ਉਹ ਬੜਾ ਵੈਲਕਮ ਆ, ਅਸੀਂ ਐਡਵਾਂਸ ਵਧਾਈ ਦਿੰਨੇ ਆ। ਉਹ ਲੋਕ ਵੀ ਉਹਨਾਂ ਨੂੰ ਫੰਕਸ਼ਨ ਕਰਕੇ ਉਸ ਮਿਨਿਸਟਰ ਸਾਹਿਬਾਨ ਨੂੰ ਵੀ ਤੇ ਹੋਮ ਮਿਨਿਸਟਰ ਦੇ ਜਾਂ ਜੇ ਪੁਲਿਸ ਦੀ ਹੈਗੀ ਆ ਤੇ ਇਹਨਾਂ ਨੂੰ ਆਨਰ ਕਰਨਾ ਚਾਹੀਦਾ, ਸਰੋਪਾ ਵੀ ਦੇਣਾ ਚਾਹੀਦਾ ਚੀਫ ਮਿਨਿਸਟਰ ਸਾਹਿਬ ਨੂੰ। ਇਹ ਕੋਈ ਅਸੀਂ ਇੱਥੇ ਕੋਈ ਭੰਡੀ ਪ੍ਰਚਾਰ ਕਰਨ ਲਈ ਨਹੀਂ ਬੈਠੇ ਆ, ਪਰ ਜਿਨ੍ਹਾਂ ਨੇ ਆ ਬੱਸ ਅੱਡਾ ਰੋਕਿਆ ਹੋਇਆ ਸੀਗਾ ਪੰਜਾਬ ਰੋਡਵੇਜ਼ ਵਾਲਿਆਂ ਨੇ, ਜਿਹੜੇ ਹੋਰ ਸਾਰੇ 30 ਦਿਨ ਕਦੀ ਆ ਹੁਣ ਜਿੱਦਣ 15 ਅਗਸਤ ਦਾ ਸੀਗਾ 3000 ਪੁਲਿਸ ਵਾਲੇ ਇਸੇ ਕਰਕੇ ਲਾਉਣੇ ਪਏ ਕਿਉਂਕਿ ਬਾਹਰ ਕਾਲੇ ਝੰਡਿਆਂ ਵਾਲੇ ਬੈਠੇ ਸੀਗੇ। ਉਹ ਕਹਿੰਦੇ ਸੀ ਦਿਓ ਨੌਕਰੀ। ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਰੋਜ਼ ਮਜ਼ਾਰੇ ਕਰਦੇ ਆ, ਜਿਨ੍ਹਾਂ ਨੂੰ ਅਜੇ ਨਹੀਂ ਮਿਲੀ, ਜਿਨ੍ਹਾਂ ਨੂੰ ਮਿਲ ਗਈ। ਜੇ ਬਿਨਾਂ ਅਨਾਉਂਸ ਕੀਤਿਆਂ ਦੇਈ ਜਾਂਦੇ ਤੇ ਇਹਨਾਂ ਦੀ ਵਾਹ ਜ਼ਿਆਦਾ ਹੋਣੀ ਸੀ। ਤੁਸੀਂ ਟੈਂਪਰੇਚਰ ਇੱਥੇ ਚੜਾਤਾ, ਹੁਣ ਹੌਲੀ ਹੌਲੀ ਕਰਦੇ ਆ ਤੇ ਉਹ ਕਿਸ ਤਰੀਕੇ ਨਾਲ ਥੱਲੇ ਹੋਊਗਾ ਜਦੋਂ ਤੁਸੀਂ ਆਪ ਹੀ ਰੌਲਾ ਇੰਨਾ ਪਾਤਾ ਤੇ ਉਹਦੇ ਮੁਤਾਬਕ ਤੁਹਾਡੇ ਕੋਲ ਸਪੀਡ ਨਹੀਂ ਹੈਗੀ ਕੰਮ ਦੀ, ਤਾਂ ਲੋਕੀ ਤੇ ਰੌਲਾ ਪਾਉਣਗੇ। ਇਸ ਕਰਕੇ ਉਹ ਵੈਲਕਮ ਆ, ਉਹ ਬਹੁਤ ਚੰਗੀ ਗੱਲ ਹੈ ਜੇ ਕਿਸੇ ਨੂੰ 4 ਬੰਦਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ। ਇੰਨਾ ਹੀ ਸਤ ਸ਼ੁਕਰ ਕਰੋ ਕਿ ਕੋਈ ਜਾ ਕੇ ਕੋਰਟ 'ਚ ਨਾ ਭੱਜ ਕੇ ਚਲੇ ਜਾਏ। ਤੇ ਪਹਿਲਾਂ 1100 ਸਮਥਿੰਗ ਕਾਲਜ ਟੀਚਰਾਂ ਦੀਆਂ ਨੌਕਰੀਆਂ ਦਿੱਤੀਆਂ ਸੀ ਕਾਲੀ ਪ੍ਰਗਟ ਸਿੰਘ ਹੋਣਾ ਨੇ, ਉਹ ਸਾਰੀਆਂ ਕੁਐਸ਼ ਹੋ ਗਈਆਂ। 25 ਸਾਲ ਹੋ ਗਏ, 25 ਸਾਲਾਂ ਬਾਅਦ ਗੌਰਮੈਂਟ ਕਾਲਜ ਟੀਚਰਾਂ ਦੀ ਭਰਤੀ ਹੋਣੀ ਸੀ 25 ਸਾਲਾਂ ਬਾਅਦ, ਤੇ ਕਹਿੰਦੇ ਆ ਰੂੜੀ ਦੀ ਵੀ ਸੁਣੀ ਜਾਂਦੀ ਹੈ 12 ਸਾਲਾਂ ਬਾਅਦ, ਤੇ ਇਹ ਸੁਣੀ ਜਾਣੀ ਸੀਗੀ ਪਰ ਉਹ ਸੁਣਦੀ ਰਹਿ ਗਈ। ਹੁਣ ਕਿਤੇ ਇਹੋ ਜਿਹੇ ਕੰਮ ਨਾ ਪੁੱਠੇ ਸਿੱਧੇ ਹੋ ਜਾਣ। ਇਹ ਸਾਡੀ ਬਾਕੀ ਜਨਤਾ ਜਨਾਰਦਨ ਨੂੰ ਵੀ ਅਪੀਲ ਹੈ ਕਿ ਭੱਜ ਕੇ ਕੋਰਟ ਨਾ ਜਾਇਆ ਕਰੋ। ਤੁਸੀਂ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਉਹਨਾਂ ਨੂੰ ਮਿਲੀ ਰਹਿਣ ਦਿਓ। ਉਹਦੇ ਨਾਲ ਬਾਰ-ਬਾਰ ਤੁਹਾਡੇ ਸਿਸਟਮ ਦਾ ਵੀ ਨੁਕਸਾਨ ਹੁੰਦਾ ਤੇ ਸਿਸਟਮ ਦਾ ਭਰੋਸਾ ਵੀ ਜਾਂਦਾ, ਉਹਨਾਂ ਬੰਦਿਆਂ ਦਾ ਤੇ ਨੁਕਸਾਨ ਹੁੰਦਾ ਹੀ ਹੁੰਦਾ। ਆਪਾਂ ਜਿਹੜੀ ਗੱਲ ਛੇੜ ਰਹੇ ਸੀਗੇ ਹਾਂ ਬਿਲਕੁਲ, ਉਹ ਕਿਤੇ ਇਹ ਸਿਰਫ ਘਟਾਲੇ ਦੂਰ ਕਰੂ ਸਰਕਾਰ ਨਾ ਬਣ ਕੇ ਰਹਿ ਜੇ, ਘਟਾਲੇ ਬੰਦ ਨਹੀਂ ਹੋ ਸਕਦੇ। ਤੁਸੀਂ ਜਿਹੜੇ ਵੱਡੀਆਂ ਚੋਰ ਮੋਰੀਆਂ ਦੇਖੋ, ਤੁਸੀਂ ਘਟਾਲੇ 'ਚ ਅੰਦਰ ਦੇ ਦਿੱਤਾ, ਕੈਪਟਨ ਨੂੰ ਅੰਦਰ ਦੇ ਦਿਓ, ਤੁਹਾਡੇ ਸਰਕਾਰੀ ਖਜ਼ਾਨੇ 'ਚ ਪੈਸੇ ਆ ਜਾਣਗੇ। ਆਸ਼ੂ ਨੂੰ ਤੁਸੀਂ ਜੇਲ੍ਹ 'ਚ ਦੇ ਦਿਓ, ਤੁਹਾਡੇ ਸਰਕਾਰੀ ਖਜ਼ਾਨੇ 'ਚ ਪੈਸੇ ਆ ਜਾਣਗੇ। ਮੈਂ ਨਹੀਂ ਕਹਿੰਦਾ ਇਹ ਬੰਦ ਕਰੋ, ਇਹ ਚੱਲਦਾ ਰਹਿਣ ਦਿਓ, ਪਰ ਇਹ ਜਿਹੜੀਆਂ ਮੁੱਖ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਇੰਪਰੂਵਮੈਂਟ ਟਰਸਟ ਦੇ ਵਿੱਚ ਉਹ ਮੁੰਡਾ ਰਮਨ ਹੈਗਾ ਆ ਉੱਥੇ, ਬਾਲਾ ਸੁਬਰਾਮਨੀਅਮ, ਉਹਨੂੰ ਜੇਲ੍ਹ 'ਚ ਕਰ ਦਿਓ ਜਾਂ ਉਹਦੇ 4 ਬੰਦਿਆਂ ਨੂੰ ਹੋਰਨਾਂ ਨੂੰ ਕਰ ਦਿਓ, ਤੁਹਾਡੇ ਖਜ਼ਾਨੇ 'ਚ ਪੈਸੇ ਆ ਜਾਣਗੇ। ਭਈ ਘਟਾਲਾ ਇੱਕ ਇਸ ਸਿਸਟਮ ਦਾ ਅਹਿਮ ਅੰਗ ਆ। ਕਿਸੇ ਨੇ ਕਮਲਜੀਤ ਸਿੰਘ ਹੁਣੀ ਜਿਹੜੇ ਅਕਾਲੀ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਹੈ ਨਾ ਐਕਸੀਡੈਂਟ ਦੇ ਵਿੱਚ। ਮੈਂ ਉਸ ਸੈਮੀਨਾਰ ਦੇ ਵਿੱਚ ਸੀ, ਸ਼ਾਇਦ ਮੈਂ ਅੱਗੇ ਵੀ ਇੱਕ ਦਿਨ ਆਪਣੇ ਪ੍ਰੋਗਰਾਮ 'ਚ ਗੱਲ ਕਹੀ ਸੀ। ਡੀਏਵੀ ਕਾਲਜ 'ਚ ਹੋਇਆ ਤੇ ਕਿਸੇ ਨੇ ਉੱਠ ਕੇ ਬਜ਼ੁਰਗ ਨੇ ਕਿਹਾ, ਉਹ ਸਰ ਜੀ ਉਦੋਂ ਮਿਨਿਸਟਰ ਸੀਗੇ, ਉਹ ਇਹ ਮੜ ਜਾ ਦੱਸੋ ਵੀ ਕਰਪਸ਼ਨ, ਉਹ ਅਜੇ ਉਹਨੇ ਕੱਕਾ ਹੀ ਕਰਪਸ਼ਨ ਹੀ ਬੋਲਿਆ ਸੀ। ਉਹ ਕਹਿੰਦੇ ਬਹਿ ਜਾ ਇਹ ਹੁਣ ਸੈਕੂਲਰ ਇਸ਼ੂ ਆ। ਵੀ ਮਤਲਬ ਸਾਰਾ ਹੀ ਹਰ ਕੋਈ ਕਰਦਾ ਜਦੋਂ ਕਰਪਸ਼ਨ ਕਰੀ ਤੁਰਿਆ ਜਾਂਦਾ, ਤੇ ਇਹਨੂੰ ਤੁਸੀਂ ਰੋਕੋਗੇ ਕਿਵੇਂ? ਮੈਂ ਨਹੀਂ ਕਹਿੰਦਾ ਕਿ ਇਹਦੇ ਵੱਲ ਧਿਆਨ ਨਾ ਦਿਓ, ਪਰ ਇਹਦੇ ਸਹਾਰੇ ਤੁਸੀਂ ਦਿਨ ਨਹੀਂ ਕੱਟ ਸਕਦੇ, ਸਰਕਾਰ ਨਹੀਂ ਚਲਾ ਸਕਦੇ, ਲੋਕਾਂ ਨੂੰ ਰਾਹਤ ਨਹੀਂ ਦੇ ਸਕਦੇ। ਤੁਹਾਡੀਆਂ ਪ੍ਰਾਇੋਰਟੀਜ਼ ਇਹ ਹੋਣੀਆਂ ਚਾਹੀਦੀਆਂ ਸੀ ਕਿ ਸਰਕਾਰੀ ਖਜ਼ਾਨੇ 'ਚੋਂ ਵੱਧ ਤੋਂ ਵੱਧ ਪੈਸੇ ਕਿੱਥੋਂ ਆਉਣ, ਕਿਵੇਂ ਆਉਣ। ਸਾਨੂੰ ਉਹ ਨਹੀਂ ਦਿਖ ਰਿਹਾ। ਜੇ ਪੈਸੇ ਨਾ ਆਏ ਤੇ ਤੁਹਾਡੇ ਵਾਅਦੇ ਪੂਰੇ ਹੋ ਹੀ ਨਹੀਂ ਸਕਦੇ, ਭਾਵੇਂ ਔਰਤਾਂ ਨੂੰ 1000 ਰੁਪਇਆ ਦੇਣਾ ਆ, ਤੇ ਭਾਵੇਂ ਜਿਹੜਾ ਹਰ ਮਹੀਨੇ ਦੇਣਾ ਆ, ਤੇ ਭਾਵੇਂ ਤੁਸੀਂ ਹੋਰ ਕੋਈ ਸਕੂਲਾਂ ਦੇ ਵਿੱਚ ਕੋਈ ਟੀਚਰ ਭਰਤੀ ਕਰਨੇ ਆ, ਜਾਂ ਤੁਸੀਂ ਹਸਪਤਾਲਾਂ ਦੇ ਵਿੱਚ ਕੋਈ ਚੰਗੇ ਕੰਮ ਕਰਨੇ ਆ, ਉਹ ਨਹੀਂ ਹੋ ਸਕਦਾ। ਇਸ ਲਈ ਤੁਸੀਂ ਉਸ ਪਾਸੇ ਨੂੰ ਪਹਿਲਾਂ ਚੱਲੋ। ਜੀ, ਮੈਂ ਪ੍ਰੋਫੈਸਰ ਸਾਹਿਬ ਅਗਲੀ ਗੱਲ ਇਹ ਆ ਕਿ ਇੱਕ ਤਾਂ ਜਿਹੜਾ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਬੜਾ ਸਵਾਲ ਉੱਠ ਰਿਹਾ। ਖਬਰ ਬਾਹਰ ਨਿਕਲ ਕੇ ਆਈ ਕਿ ਇੱਕ ਡਾਕਟਰ ਨੇ ਅਸਤੀਫਾ ਦੇ ਦਿੱਤਾ। ਆਪਾਂ ਕੱਲ ਵੀ ਲਗਾਤਾਰ ਜਿੱਦਾਂ ਦੇ ਮੁਹੱਲਾ ਕਲੀਨਿਕ ਖੁੱਲੇ ਨੇ ਇਹਦੇ ਤੇ ਜ਼ਿਕਰ ਕਰ ਰਹੇ ਆ ਕਿ ਜਿਹੜੇ ਰੂਰਲ ਡਿਵੈਲਪਮੈਂਟ ਦੇ ਵਿੱਚ ਸੀਗੇ ਉਹਨਾਂ ਨੂੰ ਲਿਆ ਕੇ ਇੱਧਰਲੇ ਪਾਸੇ ਫਿੱਟ ਕਰਤਾ। ਮਤਲਬ ਡਾਕਟਰ ਵੀ ਹਤਾਸ਼ ਨੇ ਇਹਨਾਂ ਤੋਂ ਕਿ ਇਹ ਕਰ ਕੀ ਰਹੇ ਨੇ। ਵੱਡੇ ਹਸਪਤਾਲਾਂ 'ਚ ਦਵਾਈਆਂ ਨਹੀਂ ਪਹੁੰਚ ਰਹੀਆਂ ਤੇ ਇੱਧਰ ਜਿਹੜੇ ਆਪਣੇ ਵੱਲੋਂ ਮੁਹੱਲਾ ਕਲੀਨਿਕ ਖੋਲੇ ਉੱਥੇ ਡਾਕਟਰ ਰਹਿਣ ਨੂੰ ਤਿਆਰ ਨਹੀਂ। ਦੇਖੋ ਘੱਟੋ ਘੱਟ ਚਲੋ ਇਹ ਯੂਰਪ ਤੋਂ ਨਹੀਂ ਮੁਹੱਲਾ ਕਲੀਨਿਕ ਆਏ, ਦਿੱਲੀੋਂ ਹੀ ਆਏ ਆ। ਅਜੇ ਯੂਰਪ ਵਾਲਿਆ ਡੈਪੂਟੇਸ਼ਨ ਜਾਣਾ ਪ੍ਰਿੰਸੀਪਲਾਂ ਦਾ, 60 ਪ੍ਰਿੰਸੀਪਲਾਂ ਦਾ, ਉਹ ਉੱਥੋਂ ਇੱਕ ਨਵਾਂ ਮਾਡਲ ਲੈ ਕੇ ਆਉਣਗੇ ਯੂਰਪ ਦਾ। ਫਰਾਂਸ ਵਿੱਚ
ਪੜ੍ਹਾਈ ਕਿਵੇਂ ਹੋ ਰਹੀ ਆ, ਜਰਮਨੀ 'ਚ ਪੜ੍ਹਾਈ ਕਿਵੇਂ ਹੋ ਰਹੀ ਹੈ, ਕਿਹੋ ਜਿਹੀਆਂ ਗੱਲਾਂ ਕਰਦੇ। ਉਹਨਾਂ ਦਾ ਇੱਕ ਆਪਣਾ ਇਤਿਹਾਸ ਆ, ਉਹਨਾਂ ਕੋਲ ਇੰਨੇ ਪੈਸੇ ਆ। ਕਈਆਂ ਸੂਬਿਆਂ ਦੇ ਵਿੱਚ, ਮੈਂ ਵੈਸੇ ਪੜ੍ਹਾਈ ਵੱਲ ਨਹੀਂ ਜਾਣਾ ਚਾਹੁੰਦਾ, ਪਰ ਉੱਥੇ ਮੈਂ ਤੁਹਾਨੂੰ ਦੱਸਾਂ, ਬੱਚਿਆਂ ਨੂੰ ਮੁਫਤ ਪੜ੍ਹਾਈ ਦੇ ਕੇ ਨਾਲ ਵਜ਼ੀਫੇ ਦਿੰਦੇ ਆ। ਗਲਤ ਨਹੀਂ, ਵੈਸੇ ਹੀ ਕਰੋ ਤਾਂ ਤੁਸੀਂ ਕਰੋਗੇ ਨਾ, ਦਿਓ ਬੱਚਿਆਂ ਨੂੰ ਫੀਸਾਂ ਮਾਫ ਕਰ ਦਿਓ, ਤੇ ਨਾਲ ਕਹੋ ਆ ਲਿਆ ਕਰ ਹਰ ਮਹੀਨੇ ਜੇਬ ਖਰਚ ਕੁੜੀਏ 1000 ਰੁਪਇਆ, ਤੇ ਤੈਨੂੰ ਨਾਲ ਸਾਈਕਲ ਵੀ ਦਿੰਦੇ ਆ ਪਿੰਡੋਂ ਆਉਣ ਜਾਣ ਲਈ। ਕਰੋਗੇ ਇੰਨਾ? ਲਾਹੌਰ ਦਾ ਸ਼ਕੀਨ ਤੇ ਜੇਬ 'ਚ ਗਾਜਰਾਂ, ਗੱਲ ਤੇ ਕੁਝ ਹੈ ਹੀ ਨਹੀਂ ਅੱਲੇ ਪੱਲੇ। ਤੇ ਤੁਸੀਂ ਉਹ ਮਾਡਲ ਲਿਆਉਣਾ, ਆ ਮਾਡਲ ਲਿਆਉਣਾ, ਇਹ ਮਾਡਲ ਦਾ ਵੀ ਉਸੇ ਤਰ੍ਹਾਂ ਹੀ ਗਬਾਰਾ ਫੁਸਕ ਹੋ ਗਿਆ। ਜਿੱਥੋਂ ਇਹ ਮਾਡਲ ਆਇਆ, 750 ਮਹੱਲਾ ਕਲੀਨਿਕ ਇਹਨਾਂ ਨੇ, ਮੈਂ ਕਿਤੇ ਪੜ੍ਹ ਰਿਹਾ ਸੀਗਾ, ਖੋਲਣੇ ਸੀਗੇ, ਪੌਣੇ ਕੁ 500 ਦੇ ਨੇੜੇ ਤੇੜੇ, ਥੱਲੇ 490 ਕਿ ਕਿੰਨੇ ਕੁ ਖੋਲੇ, 270 ਬੰਦ ਹੋ ਗਏ 2020 ਦੇ ਵਿੱਚ, 2020 ਦੇ ਵਿੱਚ ਖਬਰ ਸੀਗੀ। ਬੜੇ ਰਿਸਪਿਊਟਡ ਨੈਸ਼ਨਲ ਡੇਲੀ ਦੀ ਖਬਰ ਸੀਗੀ। ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਕਿਹਾ ਮੈਂ ਮੜ ਜਾ ਤੇ ਵੇਖਾਂ ਉੱਥੇ ਕੀ ਹੋਇਆ, 270 ਬੰਦ ਹੋ ਗਏ। ਇੱਥੇ ਵੀ ਆ ਦੇਖ ਲਿਓ, 100 ਖੁੱਲ ਗਿਆ ਤੇ ਆ ਥੋੜੇ ਸਮੇਂ ਦੇ ਵਿੱਚ 50 ਬੰਦ ਹੋ ਜਾਣਗੇ। ਫਿਰ ਉਹ 50 ਵੀ ਗਾਂ ਚੱਲਦੇ ਕਿ ਨਹੀਂ ਚੱਲਦੇ, ਫਿਰ ਉੱਥੇ ਕਿ ਜੇ ਫਿਰਕੀ ਘੁੰਮੀ ਜਾਊਗੀ, ਉਹ 50 ਜਿਹੜੇ ਬੰਦ ਹੋਣਗੇ ਫਿਰ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਨਗੇ, ਗਾਂ ਨਹੀਂ ਜਾਂਦੇ। ਇਹ ਕਿਹੜੇ ਕੰਮ ਆ ਮੈਨੂੰ ਦੱਸੋ? ਤੁਸੀਂ ਬਗਾਨਿਆਂ ਦੇ, ਉਹ ਕਹਿੰਦੇ ਹੁੰਦੇ ਆ, ਬਗਾਨਿਆਂ ਦੀ ਸ਼ਹਿ ਤੇ ਮੁੱਛਾਂ ਬਣਾ ਲੈਣੀਆਂ। ਤੁਸੀਂ ਡਾਕਟਰ ਤੇ ਤੁਹਾਡੇ ਕੋਲ ਹੈ ਨਹੀਂ, ਡਾਕਟਰ ਤੇ ਤੁਸੀਂ ਜਿੱਥੇ ਪਹਿਲਾਂ ਹੀ ਬੜਾ ਪੱਠਾ ਬੈਠਾ ਆ ਸਿਸਟਮ ਦਾ, ਹੈਲਥ ਸਿਸਟਮ ਦਾ, ਉਹ ਚੋਂ ਕੱਢ ਕੇ ਇੱਥੇ, ਇਹ ਕੋਈ ਨਵਾਂ ਇੱਥੇ ਜੰਤਰ ਮੰਤਰ ਹੈਗਾ ਕਿ ਜਿਹੜਾ ਲੋਕਾਂ ਨੂੰ ਮੜ ਜਾ ਤੁਸੀਂ ਛੁਵਾ ਦਿਓਗੇ ਤੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ? ਕੋਈ ਇਹੋ ਜਿਹੀ ਨਵੀਂ ਗਿੱਦੜ ਸਿੰਘ ਹੀ ਲੈ ਕੇ ਆਇਆ ਕੇਜਰੀਵਾਲ ਦਿੱਲੀੋਂ ਕਿ ਸਾਰਿਆਂ ਨੂੰ ਨੱਕ 'ਚ ਸੰਘਾਉਣੀ ਮਾੜੀ ਜੀ, ਤੇ ਉਹਨਾਂ ਦਾ ਹਾਰਟ ਵੀ ਠੀਕ ਹੋ ਜਾਣਾ, ਤੇ ਅੱਖਾਂ ਦੀ ਨਿਗਾਹ ਵੀ ਠੀਕ ਹੋ ਜਾਣੀ ਆ, ਤੇ ਬਾਕੀ ਘਰ ਵੀ ਖੁਸ਼ ਜਾਣਗੇ? ਇਹ ਕਿਹੜੀਆਂ ਗੱਲਾਂ ਕਰਦੇ ਆ? ਮਤਲਬ ਤੁਸੀਂ ਲੈਵਲ, ਸਾਡੇ 7 ਪੱਧਰੇ ਲੈਵਲ ਦਾ ਪਹਿਲਾਂ ਹੀ ਇੱਕ ਹੈਲਥ ਸਿਸਟਮ ਹੈਗਾ, ਉੱਥੇ ਜਿੱਥੇ ਜਿੱਥੇ ਕਮਜ਼ੋਰੀ ਆ, ਥੱਲੇ ਵਾਲੇ ਨੂੰ ਜ਼ਿਆਦਾ ਮਜ਼ਬੂਤ ਕਰੋ, ਉੱਥੇ ਗਰੀਬ ਜ਼ਿਆਦਾ ਜਾਂਦੇ ਆ। ਹੌਲੀ ਹੌਲੀ ਉੱਪਰ ਨੂੰ ਆਓ, ਜਿਹੜੇ ਡਿਸਟ੍ਰਿਕਟ ਪੱਧਰ ਦੇ ਹੈਗੇ ਆ, ਫਿਰ ਸਟੇਟ ਪੱਧਰ ਤੇ ਬਾਅਦ ਚ ਦੇਖੇ ਜਾਣਗੇ। ਇਸ ਲਈ ਇਹ ਸਿਸਟਮ ਨੂੰ ਜੇ ਮਜ਼ਬੂਤ ਕਰੋਗੇ ਤਾਂ ਲੋਕਾਂ ਨੂੰ ਰਾਹਤ ਮਿਲੇਗੀ। ਨਹੀਂ ਤੇ ਆ ਜੀ ਆਯੁਸ਼ਮਾਨ ਜਾਂ ਮੇਰੇ ਕੋਲ ਤਾਂ ਕਿਹਾ ਹੀ ਨਹੀਂ ਜਾਂਦਾ ਯਾਰ, ਉਹਦੇ ਚ 5 ਲੱਖ, ਇੱਕ ਵਾਰੀ 5 ਲੱਖ ਲੈ ਲਿਓ, ਫਿਰ ਬੈਠੇ ਰਹੋ ਮੋਠਾਂ ਦੀ ਜਾਵੇਂ, ਤਾਂ ਆਦਤ ਪੈ ਜਾਊਗੀ ਮੁਫਤ ਦਾ। ਮੁਫਤ ਤੇ ਕਿਹਨੇ ਕਰਨਾ? ਮੁਫਤ ਉਹ ਨਹੀਂ ਹੈ, ਉਹ 5 ਲੱਖ ਤੁਹਾਡੇ ਸਰਕਾਰੀ ਖਜ਼ਾਨੇ ਚੋਂ ਪੈਸਾ ਕੰਪਨੀਆਂ ਨੂੰ ਦਿੱਤਾ ਜਾ ਰਿਹਾ। ਤੁਹਾਨੂੰ ਇਹ ਲੱਗਦਾ ਮੁਫਤ ਇਲਾਜ ਹੈ? ਮੁਫਤ ਇਲਾਜ ਮੁਫਤ ਕੀ ਹੁੰਦਾ? ਕਿਹੜਾ ਇੱਥੇ ਸਾਧੂ ਬੈਠਾ ਜਿਹੜਾ ਤੁਹਾਡੀ ਧੂਣੀ ਧਪਣੀ ਦੇ ਨਾਲ ਮੁਫਤ ਇਲਾਜ ਕਰੀ ਤੁਰਿਆ ਜਾਂਦਾ? ਸਾਧੂ ਵੀ ਨਹੀਂ ਕਰਦਾ, ਉਹ ਵੀ ਕੁਝ ਨਾ ਕੁਝ ਬਾਅਦ ਵਿੱਚ ਚਾਹੁੰਦਾ। ਐਵੇਂ ਨਾ ਭੁਲੇਖਿਆਂ 'ਚ ਰਿਹਾ ਕਰੋ। ਸਾਡਾ ਹੈਲਥ ਸਿਸਟਮ ਪੰਜਾਬ ਦਾ ਮਜ਼ਬੂਤ ਹੋਣਾ ਚਾਹੀਦਾ, ਤੇ ਮਹੱਲਾ ਕਲੀਨਿਕ ਉਹਦਾ ਆਨਸਰ ਨਹੀਂ। ਮਹਾਲੀ ਆ ਕੇ ਨਾਲ ਆ, ਬਿਲਕੁਲ ਭਗਵੰਤ ਮਾਨ ਤੋਂ 10 ਕਦਮਾਂ ਤੇ ਆ, ਤੇ ਜੇ ਉੱਥੋਂ ਹੀ ਭੱਜ ਗਿਆ, ਹੁਣ ਉਹਦੀ ਇਨਕੁਆਇਰੀ ਹੁੰਦੀ ਫਿਰਦੀ ਆ ਵੀ ਭੱਜ ਕਿਉਂ ਗਿਆ ਜੀ, ਇਹਨੂੰ ਕਿਹਾ ਸੀ ਤੂੰ ਪਹਿਲਾਂ ਮਹੀਨੇ ਦਾ ਨੋਟਿਸ ਦੇਈਂ, ਉਹ ਤੇ ਬਿਨਾਂ ਨੋਟਿਸ ਦਿੱਤਿਆਂ ਹੀ ਭੱਜ ਗਿਆ। ਜਦੋਂ ਪੁੱਛਿਆ ਸੀਐਮਓ ਨੂੰ ਭਈ ਉਹ ਬੰਦਾ ਕਿੱਥੇ, ਡਾਕਟਰ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ, ਆ ਹੁਣੇ ਹੀ ਸੁਣਿਆ ਕਿ ਭੱਜ ਗਿਆ ਰਿਜ਼ਾਈਨ ਦੇ ਕੇ। ਤੇ ਜਦੋਂ ਅਸੀਂ ਸਰਕਾਰ ਇਹ ਸਮਝੂਗੀ ਕਿ ਉਹ ਤੇ ਸਾਰੇ ਚਿੱਟੇ ਬਗਲੇ ਦੁੱਧ ਦੇ ਧੋਤੇ ਆ, ਤੇ ਦੂਜਿਆਂ ਤੇ ਥਾਣੇਦਾਰੀ ਕਰਦੇ, ਓਏ ਤੂੰ ਆ ਨਹੀਂ ਕਰਦਾ, ਓਏ ਤੂੰ ਆ ਨਹੀਂ ਕਰਦਾ, ਮੈਂ ਰੇਡ ਮਾਰੂੰਗਾ, ਉਹਨੂੰ ਕਰੂੰਗਾ, ਨੱਕ 'ਚ ਠੂਏ ਡਿੱਗ ਰਹੇ ਇਹਨਾਂ ਦੇ। ਇਹ ਇਸ ਤਰ੍ਹਾਂ ਨਹੀਂ ਸਰਕਾਰ ਚੱਲਦੀ ਹੈ। ਸਰਕਾਰ ਚੱਲਣੀ ਆ ਤੇ ਲੋਕਾਂ ਦਾ ਭਰੋਸਾ ਜਿੱਤੋ, ਜਿਵੇਂ ਤੁਸੀਂ ਇਲੈਕਸ਼ਨਾਂ 'ਚ ਜਿੱਤਿਆ, ਜਿਵੇਂ ਲੋਕਾਂ ਨੇ ਤੁਹਾਨੂੰ ਭਰੋਸਾ ਦਿੱਤਾ, ਉਸ ਭਰੋਸੇ ਦਾ ਆਦਰ ਮਾਣ ਕਦਰ ਕਰਦੇ ਹੋਏ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰੋ, ਨਾ ਕਿ ਆਪਣੀ ਥਾਣੇਦਾਰੀ ਦਿਖਾਓਗੇ ਤੇ ਬੜੀ ਛੇਤੀ ਲੋਕਾਂ 'ਚੋਂ ਕੱਟ ਹੋ ਜਾਓਗੇ। ਅਜੇ ਤੇ ਡਾਕਟਰ ਭੱਜਣ ਲੱਗੇ, ਦੂਜੇ ਹਸਪਤਾਲਾਂ 'ਚੋਂ ਭੱਜ ਗਏ, ਕਿੰਨੇ ਰਿਜ਼ਾਈਨ ਦੇ ਗਿਆ, ਰੋਜ਼ ਅਖਬਾਰਾਂ 'ਚ ਆਉਂਦਾ। ਮੇਨ 'ਚੋਂ ਵੀ ਭੱਜੇ ਜਾਂਦੇ ਆ। ਜਦੋਂ ਦਾ ਉਹ ਰਾਜ ਬਹਾਦਰ ਉਹਨਾਂ ਦਾ ਹੋਇਆ, ਉਦੋਂ ਬਾਅਦ ਤੇ ਲਾਈਨ ਹੀ ਲੱਗੀ ਹੋਈ ਆ। ਇਸ ਲਈ ਇਹ ਚਲਾਉਣਾ ਕਿਹਨੇ ਆ? ਜਾ ਕੇ ਭਗਵੰਤ ਮਾਨ ਟੀਕੇ ਲਾਇਆ ਕਰੂਗਾ ਹੁਣ, ਜਾਂ ਉਹਦੇ ਚੇਤਨ ਜੋੜੇ ਮਾਜਰਾ ਟੀਕੇ ਲਾਊਗਾ ਜਾ ਕੇ। ਇਹ ਕੰਮ ਡਾਕਟਰਾਂ ਨੇ ਹੀ ਕਰਨਾ ਆ, ਤੇ ਡਾਕਟਰਾਂ ਨੂੰ ਤੁਸੀਂ ਜੇ ਡਾਕਟਰੀ ਰਿਜ਼ਾਈਨ ਦੇ ਕੇ ਭੱਜ ਗਏ, ਆਹ ਤੇ ਬਹੁਤ ਅਸ਼ੁਭ ਸ਼ਗਨ ਹੋਇਆ, ਅਸ਼ੁਭ ਹੋਇਆ ਕਿ ਅਜੇ ਜੁਮਾ 15 ਅਗਸਤ ਨੂੰ ਹੀ ਖੋਲਿਆ ਗਿਆ ਕੋਈ ਹੈਲਥ ਕਲੀਨਿਕ ਹੋਵੇ, ਤੇ ਅੱਜ ਅਜੇ 4 ਦਿਨ ਨਹੀਂ ਹੋਏ ਤੇ ਡਾਕਟਰ ਭੱਜ ਗਿਆ। ਲੋਕ ਉੱਥੇ ਮਾਰ ਤਰਲੋ ਮੱਛੀ ਹੋਈ ਫਿਰਦੇ ਆ, ਡਾਕਟਰ ਕਿੱਥੇ, ਡਾਕਟਰ ਕਿਤੇ, ਕਹਿੰਦੇ ਜੀ ਰਿਜ਼ਾਈਨ ਦੇ ਗਿਆ, ਪਰਚੀ ਜੀ ਪੜ੍ਹ ਲਓ ਇਹਦੇ ਤੇ ਆ ਰੈਜਿਗਨੇਸ਼ਨ ਵਾਲੀ, ਬਸ ਇਹਦੇ ਤੋਂ ਕੋਈ ਇਲਾਜ ਕਰਾ ਲਓ। ਹੁਣ ਉਸ ਚਿੱਠੀ ਤੋਂ ਹੀ, ਰੈਜਿਗਨੇਸ਼ਨ ਵਾਲੀ ਤੋਂ, ਸਾਡੇ ਕੋਲ ਡਾਕਟਰ ਹੈ ਨਹੀਂ। ਇਹ ਹਾਲਤ ਬਣੀ ਹੈ ਜੀ। ਪ੍ਰੋਫੈਸਰ ਸਾਹਿਬ, ਵੈਸੇ ਲੋਕ ਸੋਚਣਗੇ ਕਿ ਅਸੀਂ ਉਹਨਾਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਜਿਹਦੇ ਤੇ ਸਰਕਾਰ ਜਿਹੜੀ ਆ ਉਹ ਘਿਰਦੀ ਹੈ, ਪਰ
ਸਰਕਾਰ ਦੇ ਕੋਈ ਫੈਸਲਾ, ਕੋਈ ਬਿਰਲਾ ਹੀ ਫੈਸਲਾ ਹੁੰਦਾ ਜਿਹੜਾ ਸਿਰੇ ਚੜਦਾ। ਤੁਸੀਂ ਗੱਲ ਕਰ ਰਹੇ ਸੀ ਕਿ ਲੋਕਾਂ ਦੀ ਸੁਣੋ, ਲੋਕਾਂ ਨੂੰ ਨਾਲ ਲੈ ਕੇ ਤੁਰੋ, ਪਰ ਇੱਥੇ ਤਾਂ ਕੰਮ ਉਲਟਾ। ਤੁਸੀਂ ਦੇਖਿਆ ਕਿ ਲੋਕ ਜਿਹੜੇ ਨੇ ਨਸ਼ਿਆਂ ਤੋਂ ਇੰਨੇ ਅੱਕੇ ਬੈਠੇ ਨੇ, ਉਹ ਕਹਿੰਦੇ ਸਾਡੇ ਪਿੰਡਾਂ 'ਚ ਜੇ ਕਿਤੇ ਵੱਧ ਗਿਣਤੀ ਹੈ ਤਾਂ ਹਜ਼ਾਰਾਂ ਨੌਜਵਾਨ ਜਿਹੜੇ ਨੇ ਨਸ਼ੇ ਦੀ ਗ੍ਰਿਫਤ 'ਚ ਨੇ। ਐਮਐਲਏ ਨੂੰ ਘੇਰ ਲੈਂਦੇ ਨੇ ਜਾ ਕੇ, ਐਮਐਲਏ ਸਾਹਿਬ ਜਿਹੜੇ ਕਹਿੰਦੇ ਨੇ ਮੈਨੂੰ ਟਾਈਮ ਦੇ ਦਿਓ, ਇੱਕ ਅੱਧੇ ਦਿਨ ਦਾ ਕਰਦੇ ਆ ਕੋਈ ਨਾ ਕੋਈ ਹੱਲ। ਨਾਲ ਹੀ ਉਹ ਵੀ ਪੁਲਿਸ ਵਾਲੇ ਤੁਰੇ ਫਿਰਦੇ ਨੇ, ਜਿੱਦਾਂ ਪੁਲਿਸ ਵਾਲਿਆਂ ਦੇ ਉੱਤੇ ਉਂਗਲ ਉੱਠ ਜਾਂਦੀ ਹੈ ਕਿ ਜੀ ਇਹ ਨਾਲ ਮਿਲੇ ਹੋਏ ਨੇ, ਪਰ ਫਿਰ ਵੀ ਕੁਝ ਨਹੀਂ ਕਰ ਪਾਉਂਦੇ। ਜਿਹੜਾ ਕੰਮ ਕਰਨ ਵਾਲਾ ਉਹ ਕਿਉਂ ਨਹੀਂ ਕਰ ਸਕਦੇ? ਨਹੀਂ ਉਹ ਤੇ ਸਾਫ਼ ਕਿਹਾ ਲੋਕਾਂ ਨੇ, ਸਾਰਾ ਪਿੰਡ ਇਕੱਠਾ ਹੋਇਆ। ਐਮਐਲਏ ਘੁੱਗੂ ਜਿਹਾ ਬਣ ਕੇ ਖੜਾ ਸੀਗਾ ਉੱਥੇ। ਸੌਰੀ ਮੈਨੂੰ ਇਹੋ ਜਿਹੇ ਸ਼ਬਦ ਵਰਤਣੇ ਪੈ ਰਹੇ ਆ। ਪੁਲਿਸ ਵਾਲਾ ਉਹਦਾ ਵਕੀਲ ਬਣਿਆ ਹੋਇਆ ਸੀਗਾ। 2 ਸਟਾਰ ਜੇ ਲੱਗੇ ਸੀ। ਮੈਂ ਉਹ ਵੀਡੀਓ ਦੇਖੀ ਹੈ, ਮੈਨੂੰ ਨਹੀਂ ਪਤਾ ਉਹ ਰੈਂਕ ਕੀ ਹੁੰਦਾ। ਇੰਸਪੈਕਟਰ ਹੋਊ, ਹਾਂ, ਜਾਂ ਸਬ ਇੰਸਪੈਕਟਰ ਹੋਊ ਜਾਂ ਇੰਸਪੈਕਟਰ ਹੋਊ। ਇੰਸਪੈਕਟਰ ਦੇ 3 ਸਟਾਰ ਹੁੰਦੇ ਹੋਣੇ। ਤਾਂ ਉਹ ਉੱਥੇ ਐਉਂ ਵਕੀਲ ਬਣਿਆ ਸੀ, ਐਉਂ ਸਾਨੂੰ ਦੱਸੋ, ਸਾਨੂੰ ਫੜਾਓ, ਮੈਂ ਐਉਂ ਕਰ ਦੂੰ, ਮੈਂ ਐਉਂ ਕਰ ਦੂੰ। ਉਹ ਕਹਿੰਦੇ ਜੀ ਪਹਿਲਾਂ ਫੜਾਏ ਤੇ ਸੀਗੇ, ਫਿਰ ਉਹ ਕਹਿੰਦੇ ਸਾਨੂੰ ਦੱਸੋ ਤੁਸੀਂ ਕਾਹਦੇ ਲਈ ਵਰਦੀਆਂ ਪਾਈ ਫਿਰਦੇ, ਤੁਹਾਨੂੰ ਕਿਉਂ ਦੱਸਣੋ, ਤੁਸੀਂ ਉਹ ਲੋਕਾਂ ਦਾ ਵੈਰ ਪਵਾਓਗੇ। ਉਹ ਕਹਿੰਦੇ ਜੀ ਬੰਦੇ ਆਉਂਦੇ ਆ, ਉਹਦੇ ਸਾਹਮਣੇ ਪੁਲਿਸ ਵਾਲਿਆਂ ਦੇ ਕਹਿ ਰਹੇ, ਅਸੀਂ ਉਹਨਾਂ ਨੂੰ ਕਹਿੰਦੇ ਚਿੱਟਾ ਵੇਚਣਾ ਬੰਦ ਕਰੋ। ਉਹ ਕਹਿੰਦੇ ਸਾਡਾ ਹੱਕ ਆ, ਅਸੀਂ ਵੇਚਾਂਗੇ, ਸਾਡੀ ਪੁਲਿਸ ਵਾਲਿਆਂ ਨਾਲ ਜਾਰੀ ਆ। ਉਹ ਸਾਨੂੰ ਕੋਈ ਰੋਕ ਕੇ ਦਿਖਾ ਲਓ, ਕਿਹੜਾ ਕਰੂਗਾ, ਸਾਨੂੰ ਫੜਾ ਕੇ ਦਿਖਾ ਲਓ। ਉਹਦੇ ਸਾਹਮਣੇ ਕਹਿ ਰਹੇ ਲੋਕ ਵੀਡੀਓ ਦੇ ਵਿੱਚ। ਜਾਨੀ ਕੋਈ ਹੋਰ ਮਾੜਾ ਮੋਟਾ ਬੰਦਾ ਹੋਵੇ, ਉੱਥੇ ਹੀ ਆਪਣੀ ਵਰਦੀ ਲਾ ਕੇ ਤੇ ਉਹਨੂੰ ਐਮਐਲਏ ਨੂੰ ਫੜਾਉਂਦਾ, ਤੇ ਐਮਐਲਏ ਵੀ ਮਾਫੀ ਮੰਗ ਕੇ ਹੱਥ ਜੋੜ ਕੇ ਇੰਜ ਕਹਿੰਦਾ, ਭਰਾਵੋ ਮਾਫ ਕਰੋ, ਮੈਂ ਚੱਲਦਾ ਘਰ, ਤੇ ਮੈਂ ਭਗਵੰਤ ਮਾਨ ਨਾਲ ਗੱਲ ਕਰਕੇ ਤੁਹਾਡੇ ਕੋਲ ਦੁਬਾਰਾ ਆਊਂਗਾ, ਜਾਂ ਕੇਜਰੀਵਾਲ ਨਾਲ ਦਿੱਲੀ ਗੱਲ ਕਰਕੇ ਕਿ ਨਸ਼ੇ ਕਿਵੇਂ ਖਤਮ ਕਰਨੇ ਆ, ਜਾਂ ਮਹੱਲਾ ਕਲੀਨਿਕਾਂ 'ਚ ਕੋਈ ਸ਼ਾਇਦ ਕੋਈ ਨਵਾਂ ਮੰਤਰ ਪੜਨਗੇ ਉੱਥੇ, ਤਾਂ ਨਸ਼ੇ ਖਤਮ ਹੋਣਗੇ। ਇਸ ਲਈ ਇਹ ਜਿਹੜੇ ਤਰੀਕੇ ਜਿਹੜੇ ਹੈਗੇ ਆ, ਬੜਾ ਸੀਰੀਅਸ ਮਾਮਲਾ ਨਸ਼ਿਆਂ ਦਾ, ਉਹਦੀ ਗੱਲ ਹੀ ਨਹੀਂ ਕਰਦੇ। ਗੱਲ ਕਰਦਾ ਕੋਈ? ਤੁਸੀਂ ਜੋ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਗੱਲ ਸ਼ੁਰੂ ਕੀਤੀ, ਕਿਉਂ ਨਹੀਂ ਸਾਡੇ ਨੌਜਵਾਨਾਂ ਨੂੰ ਬਚਾਉਣ ਤੇ ਪਹਿਲਾਂ ਸਭ ਤੋਂ ਇਸ ਗੱਲ ਦਾ ਹੱਲ ਲੱਭਿਆ? ਸਾਡੀ ਪ੍ਰਾਇੋਰਟੀ ਹੋਣੀ। ਤੁਸੀਂ ਕਿਉਂ ਨਹੀਂ ਰੇਤਾ ਜਿਹੜੀ ਆ ਨਜਾਇਜ਼ ਅਜੇ ਵੀ ਖਨਨ ਵੱਡੇ ਪੱਧਰ ਤੇ ਹੋ ਰਿਹਾ, ਉਹਨੂੰ ਰੋਕਣ ਦਾ ਕੋਈ ਕੀਤਾ? ਕਿਉਂਕਿ ਉਹਦੇ ਨਾਲ ਸਾਡਾ ਵਾਤਾਵਰਨ ਸਾਰਾ, ਉਹ ਜਾ ਕੇ ਪਠਾਨਕੋਟ ਤੋਂ ਲੈ ਕੇ ਥੱਲੇ ਤੱਕ ਸਾਰਾ ਕੰਢੀ ਦਾ ਏਰੀਆ ਜਿਹੜਾ ਉੱਥੇ ਤਬਾਹ ਹੋ ਰਿਹਾ ਹੈ। ਬਾਰਡਰ ਦੇ ਏਰੀਆ 'ਚ ਤਬਾਹੀ ਮੱਚੀ ਪਈ ਹੈ। ਆ ਹੁਣ ਉਹਦੀਆਂ ਕੋਰਟਾਂ 'ਚ ਸਾਰਾ ਕੁਝ ਕੇਸ ਕੂਸ। ਕਹਿਣ ਦਾ ਮੇਰਾ ਮਤਲਬ ਇਹ ਹੈਗਾ ਸੁਖਵਿੰਦਰ, ਪ੍ਰਾਇੋਰਟਾਈਜ਼ ਕਰੋ। ਖੇਤੀ ਕਿਵੇਂ ਬਚਾਉਣੀ ਹੈ? ਖੇਤੀ ਦੇ ਵਿੱਚ ਤੁਸੀਂ ਲਘੂ ਉਦਯੋਗ ਜਾਂ ਉਹਦੇ 'ਚ ਇੱਕ ਵੈਲਿਊ ਐਡੀਸ਼ਨ ਜਿਹਨੂੰ ਕਹਿੰਦੇ ਆ, ਕਿ ਉਹਨਾਂ ਦੇ ਸਿੱਧੀ ਸਾਰੀ ਖੇਤ ਦੇ ਉਤਪਾਦਨ ਨੂੰ ਮੰਡੀਆਂ 'ਚ ਵੇਚਣ ਦੀ ਜਗ੍ਹਾ ਉਹਨੂੰ ਪਹਿਲਾਂ ਮਾੜਾ ਮੋਟਾ ਕੁਝ ਬਣਾ ਕੇ ਵੇਚੀਏ, ਦੁੱਗਣੀ ਤਿੱਗਣੀ ਕੀਮਤ ਮਿਲੂਗੀ। ਉਹ ਕੰਮ ਕਿਵੇਂ ਕਰਨੇ ਆ? ਤੁਸੀਂ ਉਹਦੇ ਤੇ ਇੱਕ ਬਲੂ ਪ੍ਰਿੰਟ ਦਿਓ ਕਿ ਲੋਕਾਂ ਨੂੰ ਰਾਹਤ ਕਿਵੇਂ ਪਹੁੰਚਾਉਣੀ ਆ। ਤੁਸੀਂ ਤੇ ਆਪਣੀਆਂ ਥਾਣੇਦਾਰੀਆਂ ਕਰਦੇ ਫਿਰਦੇ ਆ, ਉਹਨੂੰ ਚਿੱਤ ਕਰ ਦਿਆਂਗੇ, ਉਹਨੂੰ ਜੇਲ੍ਹ 'ਚ ਸੁੱਟ ਦਿਆਂਗੇ, ਉਹਨੂੰ ਮਸ਼ਕਾਂ ਬੰਨ ਕੇ ਕਰ ਦਿਆਂਗੇ। ਇੰਜ ਬਹੁਤ ਦੇਰ ਨਹੀਂ ਚੱਲਣਾ। ਲੋਕ ਇੰਪੀਸ਼ੈਂਟ ਹੋ ਰਹੇ ਆ। ਇਸ ਲਈ ਨਸ਼ੇ ਵਾਲੇ ਕੰਮ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਲੈਣਾ ਚਾਹੀਦਾ। ਹਾਂ, ਉਦੋਂ ਵੀ ਪਹਿਲਾਂ ਜੇ ਲੈਣਾ ਤੇ ਤੁਸੀਂ ਪੈਸੇ ਬਚਾਉਣ ਵਾਲਾ। ਪੈਸੇ ਵੀ ਤਾਂ ਬਚਣਗੇ ਜੇ ਨੌਜਵਾਨ ਸਾਡੇ ਬਚਣਗੇ, ਤੇ ਜੇ ਨੌਜਵਾਨ ਹੀ ਖਤਮ ਹੋ ਗਏ ਤੇ ਪੈਸੇ ਕਿੱਥੋਂ? ਸਾਡੇ ਪੈਦਾ ਹੀ ਨਹੀਂ ਹੋਣੇ ਤੇ ਪੈਸੇ ਬਚਾਓਗੇ ਕਿੱਥੋਂ? ਪੈਸਾ ਤੇ ਸਾਰਾ ਨਸ਼ੇ 'ਚ ਜਾ ਰਿਹਾ। ਪੈਸਾ ਘੱਟ ਨਹੀਂ ਹੈ, ਪੈਸਾ ਸ਼ਰਾਬਾਂ 'ਚ ਜਾ ਰਿਹਾ, ਪੈਸਾ ਨਸ਼ੇ 'ਚ ਜਾ ਰਿਹਾ। ਕਈ ਹਜ਼ਾਰ ਕਰੋੜ ਰੁਪਈਆ ਸਾਲ ਦਾ ਨਸ਼ੇ ਦੇ ਵਿੱਚ ਜਾ ਰਿਹਾ। ਔਰ ਉਹਦਾ ਉਲਟਾ ਕਿ ਉਹ ਮੈਨ ਪਾਵਰ ਵੀ ਤੁਸੀਂ ਵਰਤ ਨਹੀਂ ਸਕਦੇ। ਕੱਲਾ ਇਹ ਥੋੜਾ, ਕੱਲਾ ਇੱਕ ਬੰਦਾ ਨਹੀਂ, ਇੱਕ ਪਰਿਵਾਰ 'ਚ ਇੱਕ ਬੰਦਾ, ਜੇ 10 ਬੰਦਿਆਂ ਦਾ ਘਰ ਆ ਜਾਂ 20 ਬੰਦਿਆਂ ਦਾ ਘਰ ਆ, ਜਾਂ ਮਤਲਬ ਖੁੱਲਾ ਪਰਿਵਾਰ, ਵੱਡਾ ਪਰਿਵਾਰ ਜਿਹਨੂੰ ਮੈਂ ਕਹਿੰਦਾ, ਇੱਕ ਬੰਦਾ ਹੋਵੇ ਤੇ ਸਾਰਿਆਂ ਦਾ ਨੱਕ 'ਚ ਦਮ ਕਰਦਾ। ਉਹ ਸਾਰੇ ਨਿਕੰਮੇ ਹੋ ਜਾਂਦੇ, ਕਿਉਂਕਿ ਉਹਨੂੰ ਉਹਦੇ 'ਚ ਬਚਾਉਣ ਨੂੰ ਲੱਗ ਜਾਂਦੇ। 24 ਘੰਟੇ ਉਹੀ ਸੋਚੀ ਜਾਂਦੇ ਆ ਕਿ ਮੁੰਡੇ ਦਾ ਕੀ ਕਰਨਾ, ਜਾਂ ਕੁੜੀ ਦਾ ਕੀ ਕਰਨਾ, ਜਾਂ ਪਿਓ ਦਾ ਕੀ ਕਰਨਾ। ਇਸ ਗੱਲ ਨੂੰ ਸਮਝੋ ਤੁਸੀਂ। ਮੈਂ ਗਵਰਨਮੈਂਟ ਨੂੰ ਕਹਿ ਰਿਹਾ, ਭਗਵੰਤ ਮਾਨ ਜੀ ਨੂੰ, ਸਾਡੇ ਛੋਟੇ ਵੀਰ ਨੂੰ ਕਹਿ ਰਿਹਾ, ਬੜੇ ਨਿਮਰਤਾ ਸਹਿਤ ਕਹਿ ਰਿਹਾ, ਪ੍ਰਾਇੋਰਟੀਜ਼ ਠੀਕ ਕਰੋ। ਬਾਕੀ ਕੰਮ ਵੀ ਕਰੋ, ਬਾਕੀ ਕੰਮ ਵੀ ਕਰੋ, ਪਰ ਤੁਹਾਡੀ ਬਾਰ-ਬਾਰ ਘੇਰਾਬੰਦੀ। ਇਹ ਦੂਜੀ ਵਾਰ ਹੋਇਆ। ਪਹਿਲਾਂ ਉਹ ਜਿਹੜੀ ਪਿੰਡ ਦੀ ਪੰਚਾਇਤ ਨੇ ਸਾਰਾ ਸਮਾਨ ਇਕੱਠਾ ਕਰਕੇ ਦਿੱਤਾ ਸੀ, ਕਹਿੰਦੇ ਸਾਨੂੰ ਪ੍ਰੂਫ ਦਿਓ। ਉਹਨਾਂ ਨੇ ਪ੍ਰੂਫ ਲਿਆ ਕੇ ਫਿਰ ਪ੍ਰੈਸ ਕਾਨਫਰੰਸ ਕਰਕੇ ਦਿਖਾਇਆ ਕਿ ਆਹ ਦੇਖੋ ਟੀਕੇ, ਆਹ ਦੇਖੋ ਨਸ਼ਾ, ਆਹ ਦੇਖੋ ਪੈਸੇ, ਆਹ ਦੇਖੋ ਸਾਰਾ ਕੁਝ। ਤਰਾਜੂ ਵੀ ਲੈ ਕੇ ਆਏ ਕਿ ਜਿੱਤ ਤੋਲ ਕੇ ਵੇਚਦੇ ਆ। ਯਾਰ ਸ਼ਰਮ ਕਰੋ ਕੁਛ। ਇਹ ਹੁਣ ਲੋਕਾਂ ਦਾ ਕੰਮ ਆ, ਫਿਰ ਤੁਸੀਂ ਛੱਡ ਦਿਓ, ਸਰਕਾਰ ਆਪੇ ਲੋਕ ਠੀਕ ਕਰ ਲੈਣਗੇ ਪੰਚਾਇਤਾਂ ਨਾਲ ਹੀ। ਫਿਰ ਟੰਬੇ ਲੈ ਕੇ ਖੜੇ ਹੋਣਗੇ, ਫਿਰ ਵੱਢ ਟੁੱਕ ਹੋਊਗੀ, ਫਿਰ ਕੋਈ ਉਹ ਗੋਲੀਆਂ ਮਾਰਨਗੇ, ਕੁਛ ਇਹ ਮਾਰਨਗੇ, ਫਿਰ ਇਸ ਤਰ੍ਹਾਂ ਠੀਕ ਹੋਊਗਾ। ਇਸ ਨੂੰ ਤੁਸੀਂ ਉਹਦੀ ਨਾਜ਼ੁਕ ਜਿਹੜੀ ਹਾਲਤ ਆ ਉਸ ਨੂੰ ਸਮਝਣਾ ਚਾਹੀਦਾ।
ਬਿਲਕੁਲ ਬਿਲਕੁਲ। ਜਦੋਂ ਗੱਲ ਪ੍ਰੋਫੈਸਰ ਸਾਹਿਬ ਆਉਂਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ, ਉਹਨਾਂ ਦਾ ਨਾਮ ਇਸ ਸਰਕਾਰ ਦੇ ਵਿੱਚ ਇਹੋ ਜਿਹਾ ਜਿਹੜੇ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਤੋਂ ਬਾਅਦ ਦੇ ਵਿੱਚ ਵੀ ਲਗਾਤਾਰ ਚਰਚਾ ਦੇ ਵਿੱਚ ਨੇ। ਕੁੰਵਰ ਸਾਹਿਬ ਜਿਹੜੇ ਉਹ ਲਗਾਤਾਰ ਦੁਹਾਈਆਂ ਪਾ ਰਹੇ ਨੇ, ਪੋਸਟ ਉਹਨਾਂ ਦੀ ਵਾਇਰਲ ਹੋ ਰਹੀ ਹੈ ਕਿ ਮੈਂ ਇਨਸਾਫ ਦੀ ਉਡੀਕ ਦੇ ਵਿੱਚ ਆ, ਬੇਅਦਬੀ ਵਾਲੇ ਮਸਲਿਆਂ ਦੇ ਵਿੱਚ। ਦੇਖੋ, ਇਹ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ। ਮੈਂ ਤੇ ਇੰਨਾ ਹੀ ਕਹੂੰਗਾ ਕਿ ਜੇ ਇਹਨਾਂ ਨੇ ਆਪਣਿਆਂ ਦੀ ਨਹੀਂ ਆਵਾਜ਼ ਸੁਣਨੀ ਤੇ ਸਾਡੀ ਕੀ ਸੁਣਨੀ। ਕੁੰਵਰ ਵਿਜੇ ਪ੍ਰਤਾਪ ਨੂੰ ਤੇ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੇ ਗੁਰੂ ਕੰਟਾਲ ਜਿਹੜੇ ਕੇਜਰੀਵਾਲ ਸਾਹਿਬ, ਜਿਹੜੇ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੈਗੇ ਆ, ਉਹ ਇੱਥੇ ਪ੍ਰੈਸ ਕਾਨਫਰੰਸ ਕਰਕੇ ਜੁਆਇਨ ਕਰਵਾ ਕੇ ਗਏ ਪਾਰਟੀ 'ਚ। ਤੇ ਜੇ ਉਹਦੀ ਅੱਜ ਦੀ ਤਰੀਕ ਦੇ ਵਿੱਚ ਇੰਨੀ ਅਣਸੁਣੀ ਹੋ ਰਹੀ ਹੈ, ਦਰਕਨਾਰ ਕਰ ਕੀਤਾ ਹੋਇਆ, ਕੋਈ ਸੁਣਦੇ ਨਹੀਂ, ਉਹ ਲਿਖ ਕੇ ਦੇ ਚੁੱਕੇ, ਉਹ ਕੋਰਟ 'ਚ ਦੇ ਚੁੱਕੇ, ਉਹ ਪ੍ਰੈਸ ਦੇ ਵਿੱਚ ਬਿਆਨ ਦੇ ਚੁੱਕੇ ਆ। ਹੁਣ ਤੇ ਇਦਾਂ ਹੀ ਆਇਆ ਫਿਰ ਕਿਸੇ ਦਿਨ ਅੱਜ ਤਰ੍ਹਾਂ ਡਾਕਟਰ ਭੱਜ ਗਿਆ ਮਹੱਲਾ ਕਲੀਨਿਕ ਚੋਂ, ਫਿਰ ਇਦਾਂ ਰਿਜ਼ਾਈਨ ਹੀ ਕਿਸੇ ਦਿਨ ਫੜਾਉਣਗੇ ਵੀ ਆਹ ਚੱਕੋ ਟਿੰਡ ਫੌੜੀ ਆਪਣੀ, ਆਪਾਂ ਕੀ ਕਰਨਾ ਜੇ ਸਾਡੀ ਸੁਣਨੀ ਨਹੀਂ। ਮੈਂ ਤੇ 9 ਸਾਲ ਦੀ ਕਹਿੰਦੇ ਉਹ ਨੌਕਰੀ ਵੀ ਗਵਾਈ ਉਹਨਾਂ ਨੇ ਤੁਹਾਡੀ ਖਾਤਰ। 9 ਸਾਲ ਨੌਕਰੀ ਪਈ ਸੀ ਉਹਨਾਂ ਦੀ ਸੀਨੀਅਰ ਪੋਜੀਸ਼ਨ ਤੇ ਤੁਸੀਂ ਸਾਰੇ ਪਾਸੇ ਤਾਂ ਨਾ ਬੰਦੇ ਨੂੰ ਹੱਥਲ ਕਰਕੇ ਰੱਖ ਦਿਓ। ਹੁਣ ਇਸ ਲਈ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਉਹਨਾਂ ਦੀ ਜੇ ਕੋਈ ਗੱਲ ਹੈਗੀ ਹੈ ਫਾਰਮਲ ਪੋਜੀਸ਼ਨ ਬਣਾਏ। ਤੁਸੀਂ ਰਾਘਵ ਚੱਡੇ ਨੂੰ ਤੇ ਸੱਤਵਾਲ ਭੰਨ ਕੇ ਇੱਥੇ ਆਪਣੇ ਸਿਰ ਤੇ ਬਿਠਾ ਸਕਦੇ ਆ, ਤੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਤੁਸੀਂ ਕਿਉਂ ਨਹੀਂ ਲੈ ਸਕਦੇ ਜੀ? ਜਦੋਂ ਤੁਹਾਨੂੰ ਪਤਾ ਕਿ ਉਹਨੂੰ ਇਕੱਲੀ ਇਕੱਲੀ ਨਿੱਕੀ ਨਿੱਕੀ ਗੱਲ ਦਾ ਪਤਾ, ਇਹਦਾ ਮਤਲਬ ਤੁਸੀਂ ਕਿਸੇ ਨੂੰ ਬਚਾਉਣਾ ਚਾਹੁੰਦੇ ਆ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਉਹ ਜੇਲ੍ਹ ਦਾ ਕੈਦੀ, ਉਹ ਜਿਹੜਾ ਫਿਰੋਜ਼ਪੁਰ ਵਾਲਾ, ਉਹਦੇ ਦਾਗ ਦਿੱਤਾ ਗਰਮ ਸਰੀਏ ਦੇ ਨਾਲ ਪਿੱਠ ਦੇ ਉੱਤੇ ਕਿ ਗੈਂਗਸਟਰ ਆ। ਜਦੋਂ ਉਹਨਾਂ ਨੇ ਇਸ ਗੱਲ ਦੀ ਕੰਪਲੇਂਟ ਕੀਤੀ, ਉਹਦਾ ਪਿਓ ਰੋ ਰੋ ਕੇ ਕਹਿ ਰਿਹਾ ਸੀ, ਬਜ਼ੁਰਗ ਸਰਦਾਰ ਜੀ, ਵੀ ਆਹ ਮੇਰੇ ਮੁੰਡੇ ਨਾਲ ਕੀਤੀ, ਉਹਨੂੰ ਮਾਰ ਸਕਦੇ ਹੋ। ਉਹਨੂੰ ਇੰਨਾ ਡਰ ਪੈ ਗਿਆ ਕਿ ਮੇਰੇ ਪਿੱਛੇ ਦਾਗ ਦਿੱਤਾ ਸਰੀਏ ਨਾਲ। ਤੇ ਜਦੋਂ ਪੁਲਿਸ ਨੂੰ ਪੁੱਛੋਗੇ ਨੇ ਜੀ ਅਸੀਂ ਨਹੀਂ ਕੀਤਾ, ਇਹਨਾਂ ਨੇ ਆਪੇ ਕੀਤਾ। ਤੁਸੀਂ ਆਪਣੇ ਗਰਮ ਸਰੀਆ ਲਾ ਕੇ ਦੇਖਿਓ ਤਾਂ ਕਿਤੇ ਵੀ ਪਿੱਠ ਤੇ ਕਿਵੇਂ ਕਰ ਲੋਗੇ ਵੀ ਮੈਨੂੰ ਦੱਸੋ। ਜੇ ਆਪਸ ਵਿੱਚ ਕੀਤਾ ਤਾਂ ਕਿਹਨੇ ਕੀਤਾ ਦੱਸੋ? ਜੇ ਕਿਸੇ ਹੋਰ ਨੇ ਜੇਲ੍ਹ ਦੇ ਕੈਦੀ ਨੇ ਕੀਤਾ ਦੱਸੋ, ਕਿਹਨੇ ਦੱਸਣਾ? ਉਹ ਜਦੋਂ ਉਹ ਤੇ ਤੁਹਾਨੂੰ ਕਹਿ ਰਿਹਾ, ਯਾਨੀ ਇਹਨਾਂ ਦੀ ਕਿਸੇ ਭਗਵੰਤ ਮਾਨ ਦੀ ਜਾਂ ਹੋਰ ਦੀ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਪੁਲਿਸ ਵਾਲਿਆਂ ਨੂੰ ਨਕੇਲ ਪਾਉਣ। ਉਹਨਾਂ ਨੂੰ ਜੇ ਕੋਈ ਕਹਿੰਦੇ ਡਿਊਟੀ ਤੇ ਮਾਰਿਆ ਜਾਓ, ਕਰੋੜ ਰੁਪਇਆ ਸਾਡੇ ਕੋਲ ਲੈ ਜਾਓ, ਆਹ ਕੰਮ ਚੱਲ ਰਹੇ ਆ, ਫਿਰ ਸਜ਼ਾ ਕਿਹਨੂੰ ਮਿਲਣੀ ਆ? ਕੁੰਵਰ ਵਿਜੇ ਪ੍ਰਤਾਪ ਦੀ ਕਿਹਨੇ ਸੁਣਨੀ ਆ? ਬੜੇ ਵਿੱਚੇ ਕਾਲੇ ਮਾਲੇ ਆ, ਫਿਰ ਹੌਲੀ ਹੌਲੀ ਇਹ ਨਿੱਤਰ ਕੇ ਲੋਕਾਂ ਦੇ ਸਾਹਮਣੇ ਆਪੇ ਆ ਜਾਣਗੇ ਜੀ। ਪ੍ਰੋਫੈਸਰ ਸਾਹਿਬ, ਅਗਲਾ ਸਵਾਲ ਜਿਹੜਾ ਆ ਉਹ ਮਾਣਯੋਗ ਸੁਪਰੀਮ ਕੋਰਟ ਫ੍ਰੀਬੀਜ਼ ਦੇ ਉੱਤੇ, ਮੁਫਤਖੋਰੀ ਦੇ ਉੱਤੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਉਹ ਸੁਣਵਾਈ ਚੱਲ ਰਹੀ ਆ, ਕੁਝ ਦਿਨ ਵਿੱਚ ਪੈ ਜਾਂਦੇ ਨੇ। ਹੁਣ ਫੇਰ ਨਵਾਂ ਜਿਹੜਾ ਮਤਲਬ ਚਰਚਾ ਛਿੜ ਗਈ ਆ ਪਾਣੀ ਤੇ ਬਿਜਲੀ ਨੂੰ ਲੈ ਕੇ, ਜਾਂ ਕਹਿ ਲਓ ਕਿ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਮੁਫਤਖੋਰੀ, ਇਹਦੇ ਵਿੱਚ ਕੀ ਅੰਤਰ ਹੈ? ਇਹ ਚਰਚਾ ਲਗਾਤਾਰ ਚੱਲ ਰਹੀ ਹੈ। ਮੈਂ ਬੜਾ ਹੈਰਾਨ ਹਾਂ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਫ੍ਰੀ ਬੀਜ ਨੂੰ ਡਿਫਾਈਨ ਕੀਤਾ ਜਾਏ। ਉਹ ਚ ਮਨਰੇਗਾ ਵੀ ਆ ਗਿਆ, ਉਹਦੇ ਚ ਸਸਤੀ ਸਿਹਤ ਸੇਵਾਵਾਂ ਆ ਗਈਆਂ, ਸਸਤੀ ਵਿਦਿਆ ਆ ਗਈ। ਭਾਈ ਯਾਰ ਤੁਸੀਂ ਸਿਆਣੇ ਬੰਦੇ ਆ, ਬਹੁਤ ਹੀ CJI ਹੋਣ ਵਾਲਾ ਬੜਾ ਸਿਆਣਾ ਹੈ, ਤੁਹਾਨੂੰ ਇਹ ਡੈਫੀਨੇਸ਼ਨ ਬਣਾਉਣੀ ਔਖੀ ਹੈ। ਸਾਫ਼ ਗੱਲ ਆ ਕਿ ਉਹ ਗੱਲ ਜਿਹੜੇ ਡਿਜ਼ਰਵਿੰਗ ਸਮਾਜ ਦੇ ਵਿੱਚ ਪਛੜੇ ਆ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਜਿਹੜੇ ਦੱਬੇ ਹੋਏ ਆ ਜਾਂ ਪਛੜੇ ਹੋਏ ਆ, ਉਹਨਾਂ ਨੂੰ ਜਿਹੜੀਆਂ ਸਟੇਟ ਦੇ ਪੈਸੇ ਚੋਂ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਂਦੀਆਂ, ਉਹ ਸੰਵਿਧਾਨਿਕ ਆ, ਉਹ ਫ੍ਰੀ ਬੀਜ਼ ਨਹੀਂ ਹੈ। ਠੀਕ ਹੈ ਨਾ? ਪਰ ਜੇ ਤੁਸੀਂ ਕਿਸੇ ਸਰਕਾਰ ਜਿਹੜੀ ਇਹ ਕਰਦੀ ਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਤੇ ਪ੍ਰਾਈਵੇਟ ਵੱਡੇ ਸਕੂਲਾਂ ਨੂੰ ਸਸਤੇ ਰੇਟ ਤੇ ਜ਼ਮੀਨਾਂ ਦੇ ਦਿੰਦੀ ਹੈ, ਇਹ ਲਿਖ ਕੇ ਲੈਂਦੀ ਹੈ ਕਿ ਜਿਹੜੀ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਇਹ 25% ਬੱਚਿਆਂ ਨੂੰ ਮੁਫਤ ਪੜਾਉਣਗੇ, ਗਰੀਬਾਂ ਦਿਆਂ ਨੂੰ ਇੱਕ ਠੇਂਗਾ ਵੀ ਨਹੀਂ ਪੜਾਉਂਦੇ। ਅਸੀਂ ਸਰਵੇ ਕੀਤਾ, ਮਹਾਲੀ 'ਚ ਇੱਕ ਵੀ ਨਹੀਂ ਸਕੂਲ 'ਚ ਪੜਾਉਂਦੇ ਪ੍ਰਾਈਵੇਟ। ਇਸੇ ਤਰੀਕੇ ਨਾਲ 15 ਕੇ 20% ਜਿਹੜੇ ਬੈੱਡ ਆ ਪ੍ਰਾਈਵੇਟ ਹਸਪਤਾਲਾਂ ਨੇ, ਜਿਹੜੇ ਵੱਡੇ ਚੇਨ ਵਾਲੇ ਬਣੇ ਹੋਏ ਵੱਡੇ, ਉਹ ਸਸਤੀਆਂ ਜ਼ਮੀਨਾਂ ਸਰਕਾਰ ਕੋਲ ਲੈ ਕੇ ਉਹਨਾਂ ਨੇ 15-20% ਨੂੰ ਮੁਫਤ ਇਲਾਜ ਕਰਨਾ ਹੁੰਦਾ, ਗਰੀਬਾਂ ਨੂੰ ਨਹੀਂ ਕਰਦੇ। ਇਹ ਫ੍ਰੀ ਬੀਜ਼ ਨਹੀਂ ਹੈ। ਉਹ ਬੰਦਿਆਂ ਨੂੰ ਕਿਉਂ ਨਹੀਂ ਫੜਦੇ ਤੁਸੀਂ? ਕੋਈ ਨਹੀਂ, ਸਰਕਾਰ ਨਾ ਪੁਰਾਣੀਆਂ ਨਾ ਹੋਣ ਵਾਲੀ ਕੋਈ ਗੱਲ ਇਹਨਾਂ ਤੇ ਕਰ ਰਹੀ ਹੈ। ਇਸ ਕਰਕੇ ਇਹ ਤੇ ਕਾਲੇ ਮਾਲੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਬਹੁਤ ਵੱਡੇ ਹੈਗੇ ਆ। ਕਰਨਾ ਇਹ ਪਊਗਾ ਕਿ ਫ੍ਰੀ ਬੀਜ਼ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹ ਹੈ, ਇਹ ਕਿਸੇ ਨੂੰ ਨਹੀਂ ਸਮਝ ਪੈਂਦੀ।
ਮੈਂ ਸੁਪਰੀਮ ਕੋਰਟ ਨੂੰ ਮੁਖਾਤਬ ਹੋ ਕੇ ਗੱਲ ਕਹਿ ਰਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ 1000 ਰੁਪਈਆ ਹਰ 18 ਸਾਲ ਦੀ ਉੱਪਰ ਉਮਰ ਦੀ ਔਰਤ ਨੂੰ, ਹਰ ਔਰਤ ਨੂੰ ਦੇਾਂਗੇ, ਇਹਦਾ ਮਤਲਬ ਕੀ ਹੈ? ਵੀ ਉਹਦੇ ਚ ਅਪਰ ਕਾਸਟ ਵੀ, ਔਰ ਉਹਦੇ ਚ ਅਮੀਰ ਤੋਂ ਅਮੀਰ ਵੀ, ਉਹਦੇ ਚ ਰਾਜੇ ਮਹਾਰਾਜੇ ਵੀ, ਸਾਰਿਆਂ ਦੀਆਂ ਔਰਤਾਂ ਨੂੰ 1000 ਰੁਪਈਆ ਮਿਲੂਗਾ। ਇਹ ਫ੍ਰੀ ਬੀਜ ਹੈ। ਪਰ ਜੇ ਤੁਸੀਂ ਇਹ ਅਨਾਉਂਸ ਕਰਦੇ ਜਿਵੇਂ ਅਕਾਲੀਆਂ ਨੇ ਕੀਤਾ ਕਿ ਅਸੀਂ ਦੇਵਾਂਗੇ ਤੇ 2-2500 ਸ਼ਾਇਦ ਉਹਨਾਂ ਨੇ ਕਿਹਾ ਸੀ, ਦੁੱਗਣਾ ਕਿਹਾ ਸੀਗਾ ਘੱਟੋ ਘੱਟ, ਪਰ ਦੇਵਾਂਗੇ ਅਸੀਂ ਉਹ ਜਿਹੜੀਆਂ ਲੋੜ ਵਾਲੀਆਂ ਔਰਤਾਂ, ਦਲਿਤ ਔਰਤਾਂ। ਸਮਝ ਪੈਂਦੀ ਆ ਕਿਉਂ ਨਹੀਂ ਦੇਣਾ ਚਾਹੀਦਾ? ਦਿਓ ਤਾਂ ਕਿ ਉਹਨਾਂ ਦਾ ਵੀ ਸਾਹ ਸੌਖਾ ਹੋਵੇ, ਉਹ ਵੀ ਦੂਜਿਆਂ ਦੇ ਬਰਾਬਰ ਥੋੜਾ ਜਿਹਾ 4 ਪੈਸੇ ਖਰਚ ਸਕਣ, ਸੂਟ ਆਪਣੇ ਲੈ ਸਕਣ, ਜਾਂ ਕੋਈ ਨਿਆਣਿਆਂ ਨੂੰ ਮਠਿਆਈ, ਜੋ ਵੀ ਪੜ੍ਹਾਈ, ਜੋ ਵੀ ਸਿਹਤ, ਜੋ ਵੀ ਕੁਝ ਕਰਨਾ, ਜਿੱਥੇ ਮਰਜ਼ੀ ਵਰਤਣੇ ਉਹਨਾਂ ਦੇ ਪੈਸੇ ਪਰਿਵਾਰ ਦੇ ਵਿੱਚ। ਇਸ ਤਰ੍ਹਾਂ ਨਹੀਂ ਕਰਦੇ। ਇਹ ਫ੍ਰੀ ਬੀਜ ਹੈਗੀਆਂ। ਜਿਹੜਾ ਤੁਸੀਂ ਖੁੱਲੇ ਮਤਲਬ ਮੋਟੇ ਤੌਰ ਤੇ ਸਾਰਿਆਂ ਨੂੰ ਵੋਟਾਂ ਖਰੀਦਦੇ ਆ ਸਰਕਾਰੀ ਖਜ਼ਾਨੇ ਚੋਂ, ਉਹ ਫ੍ਰੀ ਬੀਜ ਆ। ਇਹ ਕੋਈ ਡੈਫੀਨੇਸ਼ਨ ਬੜੀ ਔਖੀ ਨਹੀਂ ਹੈ। ਜੇ ਨਹੀਂ ਉਹਨਾਂ ਕੋਲ ਬਣਦੀ ਤੇ ਸਾਨੂੰ ਪੁੱਛ ਲੈਣ, ਅਸੀਂ ਬੜੀ ਪ੍ਰੀਸਾਈਜ਼ ਡੈਫੀਨੇਸ਼ਨ ਬਣਾ ਕੇ ਸੁਪਰੀਮ ਕੋਰਟ ਨੂੰ ਦੇ ਦਿਆਂਗੇ। ਪਰ ਉਹਨਾਂ ਸਾਰੀਆਂ ਪਾਰਟੀਆਂ ਨੂੰ ਪੁੱਛਿਆ ਕਿ ਸਾਨੂੰ ਇਹਦਾ ਜਵਾਬ ਦਿਓ, ਔਰ 22 ਤਰੀਕ ਅਗਲੀ ਪਾਤੀ, 22 ਤਰੀਕ ਆਈ ਖੜੀ। ਗੱਲ ਪ੍ਰੋਫੈਸਰ ਸਾਹਿਬ ਹੁਣ ਕਿਸਾਨਾਂ ਦੀ ਆ ਕਿ ਕੁਝ ਜਥੇਬੰਦੀਆਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਜਾ ਕੇ ਲਖੀਮਪੁਰ ਖੀਰੀ ਬੈਠੀਆਂ, ਕੁਝ ਪੰਜਾਬ ਦੀਆਂ ਜਥੇਬੰਦੀਆਂ ਇੱਧਰ ਫਗਵਾੜੇ ਵਾਲੇ ਪਾਸੇ ਹਾਈਵੇ ਜਾਮ ਕਰੀ ਬੈਠੀਆਂ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਹਿੰਦੇ ਨੇ ਕਿ ਗੰਨਾ ਕਿਸਾਨ ਘਰੋਂ ਘਰੀ ਮੁੜ ਜਾਣ ਤੇ ਅਸੀਂ ਉਹਨਾਂ ਦੇ ਮਸਲੇ ਦਾ ਹੱਲ ਕਰਾਂਗੇ, 1 ਰੁਪਿਆ ਜਿਹੜਾ ਉਹਨਾਂ ਦੇ ਖਾਤਿਆਂ 'ਚ ਜਾਏਗਾ। ਉਧਰਲੇ ਪਾਸੇ ਤੀਜੀ ਧਿਰ ਮੈਂ ਦੱਸਦਾ ਕਿ ਪੰਜਾਬ ਦੀਆਂ 5 ਜਥੇਬੰਦੀਆਂ ਰਾਜੇਵਾਲ ਸਾਹਿਬ ਦੇ ਸਣੇ ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦੀ ਹੋਈ ਆ। ਉਹ ਪਾਣੀਆਂ ਦੇ ਮੁੱਦੇ ਦੇ ਉੱਤੇ ਸਟੈਂਡ ਲਈ ਬੈਠੇ ਨੇ। ਸਰਕਾਰ ਵੱਲ ਮੂੰਹ ਕਰ ਲੋ ਤੇ ਇਹ ਕਹਿੰਦੇ ਕਿ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ, ਖੇਤੀ ਲਾਹੇਵੰਦ ਬਣਾਵਾਂਗੇ। ਭੰਬਲ ਭੂਸਾ ਜਿਹਾ ਬਣਿਆ ਹੋਇਆ ਕਿਸਾਨਾਂ ਦੇ ਮਸਲਿਆਂ ਤੇ। ਨਹੀਂ ਕੋਈ ਭੰਬਲ ਭੂਸਾ ਨਹੀਂ ਹੈ। ਫੌਜਾਂ ਅਲੱਗ-ਅਲੱਗ ਫਰੰਟ ਤੇ ਲੜ ਰਹੀਆਂ ਯਾਰ, ਇਹ 'ਚ ਕਿਹੜਾ ਭੰਬਲ ਭੂਸਾ ਆ? ਹੁਣ ਅੱਗੇ ਇੱਕ ਯੂਨੀਫਾਈਡ ਕਮਾਂਡ ਦੇ ਵਿੱਚ ਅਟੈਕ ਸੀਗਾ ਜਿਹੜਾ ਦਿੱਲੀ ਨੂੰ ਘੇਰਿਆ ਸੀਗਾ। ਉਦੋਂ ਕਿਉਂਕਿ ਦਿੱਲੀ ਹੀ ਇੱਕ ਸਾਫ਼ ਬੜਾ ਉੱਭਰ ਕੇ ਉਹਨਾਂ ਨੂੰ ਲੱਗਾ ਕਿ ਆਹ ਦੁਸ਼ਮਣ ਆ, ਆਪਾਂ ਸਾਰਿਆਂ ਨੇ ਇੱਧਰ ਨੂੰ ਘੇਰਾ ਕੱਤਣਾ। ਹੁਣ ਇਹ ਆ ਕਿ ਕੁਛ ਗਏ ਆ ਲਖੀਮਪੁਰ ਖੀਰੀ 'ਚ ਇਨਸਾਫ ਲੈਣ ਗਏ ਆ, ਅਗਰਾਹਾਂ ਹੋਰ ਸਾਰੇ ਰਾਏ, ਮਨਜੀਤ ਰਾਏ ਸਾਰੇ ਦਿਖ ਰਹੇ ਸੀ ਉੱਥੇ ਪਹੁੰਚੇ ਆ ਕਿ ਉਹ ਜਿਹੜਾ ਸਾਡੇ 5 ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਿਆ। ਅਸੀਂ 3 ਦਿਨ ਉੱਥੇ ਪੂਰੇ ਢੋਲ ਢਮੱਕੇ ਦੇ ਨਾਲ ਦਬਾਅ ਪਾ ਕੇ ਵੱਡਾ ਇਕੱਠ ਕਰਕੇ ਲੋਕਾਂ 'ਚ, ਨਾਲੇ ਇੱਕ ਤੇ ਹੌਸਲਾ, ਇੱਕ ਉਹਨਾਂ ਪਰਿਵਾਰਾਂ ਨਾਲ ਸਹਾਨੁਭੂਤੀ, ਇੱਕ ਸਰਕਾਰ ਤੇ ਦਬਾਅ ਡਟ ਕੇ ਪਾਵਾਂਗੇ, ਦੇਖਦੇ ਆ ਕਿਵੇਂ ਸਾਡੀ ਗੱਲ ਨਹੀਂ ਸੁਣਦੇ। ਤੇ ਉਹਨਾਂ ਦਾ ਇਹੀ ਆ ਮੁੱਖ ਤੌਰ ਤੇ ਕਿ ਜਿਹੜਾ ਮਿਨਿਸਟਰ ਆ ਟੈਣੀ ਜਿਹਨੂੰ ਕਹਿੰਦੇ ਆ ਅਜੇ ਮਿਸ਼ਰਾ, ਉਹਦਾ ਰੈਜ਼ਿਗਨੇਸ਼ਨ ਹੋਣਾ ਚਾਹੀਦਾ, ਉਹਨੂੰ ਬਰਖਾਸਤ ਕਰਨਾ ਚਾਹੀਦਾ। ਉਹ ਸ਼ੁਰੂ 'ਚ ਹੀ ਹੋਣਾ ਚਾਹੀਦਾ ਸੀ, ਨਹੀਂ ਕੀਤਾ। ਸੁਪਰੀਮ ਕੋਰਟ ਨੇ ਕੁਛ ਨਾ ਕੁਛ ਆਪਣੀ ਇੰਟਰਵੈਂਸ਼ਨ ਕਰਕੇ ਮਾੜਾ ਮੋਟਾ ਇਨਸਾਫ ਦਵਾਇਆ, ਨਹੀਂ ਤੇ ਜਿੰਨਾ ਹੁਣ ਕੇਸ ਕੂਸ ਚੱਲੇ, ਅੰਦਰ ਗਏ ਆਸ਼ੀਸ਼ ਮਿਸ਼ਰਾ ਵਗੈਰਾ, ਉਹ ਵੀ ਨਹੀਂ ਸੀ ਕੁਛ ਹੋਣਾ। ਹੁਣ ਉਹ ਉਸ ਕੰਮ ਲਈ ਗਏ। ਹੋਰ ਵੀ ਸਾਰੀਆਂ ਉਹਨਾਂ ਦੀਆਂ ਮੰਗਾਂ। ਰਾਜੇਵਾਲ ਹੁਣੀ ਆਪਣੇ ਫਰੰਟ ਤੇ ਲੜ ਰਹੇ, ਪਾਣੀ ਵਾਲਾ ਫਰੰਟ ਬਹੁਤ ਵੱਡਾ ਫਰੰਟ ਹੈਗਾ, ਉਹ ਲੱਗੇ ਹੋਏ ਆ। ਉਹਨਾਂ ਦੀ ਵੀ ਕੱਲ ਨੂੰ ਮੀਟਿੰਗ ਵੀ ਹੈ ਇੱਕ ਸਾਰਿਆਂ ਦੀ ਸਮੁੱਚੀ ਸਾਂਝੀ, ਮੇਰਾ ਖਿਆਲ ਉਹਦੇ 'ਚ ਕੋਈ ਹੋਰ ਯੂਨੀਫਾਈਡ ਕਮਾਂਡ ਦੀ ਵੀ ਸ਼ਾਇਦ ਗੱਲ ਉਹਦੇ 'ਚ ਚੱਲੂਗੀ। ਮੈਨੂੰ ਕੋਈ ਅਸਲ 'ਚ ਜਿਹੜਾ ਮੈਂ ਨੇੜਿਓਂ ਉਹਨਾਂ ਨੂੰ ਸੁਣਦਾ ਤੇ ਦੇਖਦਾ ਰਹਿਣਾ, ਮੈਨੂੰ ਇੰਝ ਨਹੀਂ ਲੱਗਦਾ ਕਿ ਬਹੁਤੇ ਫਰਕ ਹੈਗੇ ਆ। ਜੇ 19-21 ਦੇ ਕੋਈ ਹੈਗੇ ਵੀ ਆ ਤੇ ਉਹ ਈਜ਼ੀਲੀ ਆਇਰਨ ਆਊਟ ਕੀਤੇ ਜਾ ਸਕਦੇ ਆ। ਉਹ ਪਹਿਲੇ ਵਾਲਾ ਵੱਡਾ ਮਹਾਜ ਫਿਰ ਬਣ ਜਾਊਗਾ, ਜਾਣੀ ਇੱਕੋ ਪਾਸੇ ਨੂੰ ਸਾਰੇ 20 ਚੱਲ ਸਕਦੇ। ਪਰ ਹੁਣ ਵੀ ਉਹ ਕੋਈ ਇੱਕ ਦੂਜੇ ਦੇ ਕ੍ਰੋਸ ਪਰਪਸ ਲਈ ਨਹੀਂ ਕੰਮ ਕਰ ਰਹੇ। ਅਲੱਗ-ਅਲੱਗ ਮੁੱਦਿਆਂ ਤੇ ਅਲੱਗ-ਅਲੱਗ ਢਾਣੀਆਂ ਜਿਹੜੀਆਂ ਤੁਸੀਂ ਸਮਝ ਲਓ ਫੌਜਾਂ ਉਹ ਕੰਮ ਕਰ ਰਹੀਆਂ। ਇਸੇ ਤਰੀਕੇ ਨਾਲ ਡੱਲੇਵਾਲ ਹੁਣੇ ਵੀ ਆਪੋ ਆਪਣੇ ਮੁੱਦਿਆਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗੇ ਆ। ਉਹਨਾਂ ਦੀ ਹੋਂਦ ਦਾ ਵੀ ਸਵਾਲ ਆ, ਹਰ ਯੂਨੀਅਨ ਦੀ ਹੋਂਦ ਦਾ ਵੀ ਸਵਾਲ ਹੁੰਦਾ ਆ। ਜਿਸ ਦਿਨ ਕੋਈ ਵੱਡਾ ਝਟਕਾ ਦਿੱਲੀ ਵੱਲੋਂ ਲੱਗਾ ਕਿ ਇਹਨਾਂ ਕੋਲ ਕੋਈ ਹੋਰ ਵਿਕਲਪ ਨਹੀਂ ਰਹਿਣਾ ਐਕਸੈਪਟ ਕਿ ਇਕੱਠੇ ਹੋ ਕੇ ਇੱਕ ਕਮਾਂਡ ਦੇ ਵਿੱਚ ਦੁਬਾਰਾ ਅਸਲ ਮਾਨਿਆਂ 'ਚ ਸੰਯੁਕਤ ਕਿਸਾਨ ਮੋਰਚਾ ਦੁਬਾਰਾ ਬਣਾ ਕੇ ਚੱਲ ਪਏ। ਜੀ ਮੇਰਾ ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ ਕਿ ਦਲਿਤਾਂ ਦੇ ਮੁੱਦੇ ਦੇ ਉੱਤੇ ਆਪਾਂ ਅਕਸਰ ਜਿਹੜਾ ਆਵਾਜ਼ ਚੁੱਕਦੇ ਰਹਿੰਦੇ ਆ ਕਿ ਨਵਾਂ ਮਾਮਲਾ ਸਾਹਮਣੇ ਆਇਆ ਕਿ ਮਲੇਰਕੋਟਲਾ ਦੇ ਲਾਗੇ ਇੱਕ ਪਿੰਡ 'ਚ ਇੱਕ ਦਲਿਤ ਨੇ ਮੂੰਹ ਕਾਲਾ ਕਰਕੇ ਉਹਨੂੰ ਪਿੰਡ 'ਚ ਘੁਮਾਇਆ ਗਿਆ, ਕੁੱਟਮਾਰ ਵੀ ਸ਼ਾਇਦ ਕੀਤੀ ਗਈ ਹੋਣੀ।
ਇੱਕ ਆਪਾਂ ਥੋੜੇ ਦਿਨ ਪਹਿਲਾਂ ਨੈਸ਼ਨਲ ਲੈਵਲ ਦੀ ਖਬਰ ਦਾ ਵੀ ਜ਼ਿਕਰ ਕਰ ਰਹੇ ਸੀ ਕਿ ਉੱਥੇ ਜਿਹੜਾ ਸਕੂਲ ਦਾ ਅਧਿਆਪਕ ਸੀ ਉਹਨੇ ਬੱਚੇ ਦੇ ਚਪੇੜ ਮਾਰੀ ਕਿ ਤੂੰ ਮੇਰੇ ਚੋਂ ਪਾਣੀ ਕਿਉਂ ਪੀ ਗਿਆ। ਉੱਚ ਜਾਤੀ ਦਾ ਸੀ, ਉਹ ਦਲਿਤ ਸੀ ਬੱਚਾ ਵਿਚਾਰਾ, ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਖਾਸ ਕਰ ਪੰਜਾਬ ਦੀ ਧਰਤੀ ਤੋਂ, ਜਿਹਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ, ਜਿੱਥੇ ਜਾਤੀਵਾਦ ਤੋਂ ਉੱਪਰ ਦੀ ਗੱਲ ਗੁਰਬਾਣੀ ਦੇ ਵਿੱਚ ਦੱਸੀ ਜਾਂਦੀ ਹੈ, ਪਰ ਅਮਲੀ ਜਾਮਾ ਕੋਈ ਨਹੀਂ। ਦੇਖੋ ਕੋਈ ਵੀ ਚੀਜ਼ ਹੋਵੇ, ਤੁਹਾਡਾ ਭਾਵੇਂ ਆਪਣਾ ਬੱਚਾ ਹੋਵੇ, ਭਾਵੇਂ ਤੁਹਾਡੀ ਫਸਲ ਹੋਵੇ, ਭਾਵੇਂ ਤੁਹਾਡਾ ਬਾਗ ਬਗੀਚਾ ਹੋਵੇ, ਤੇ ਭਾਵੇਂ ਘਰ 'ਚ ਰੱਖਿਆ ਕੁੱਤਾ ਹੋਵੇ, ਜੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਲਗਾਤਾਰ, ਤਾਂ ਸਮਝ ਲਓ ਮਾਮਲਾ ਗੜਬੜ ਹੈ। ਠੀਕ ਹੈ। ਇਹ ਤੇ ਬੜੀ ਇੱਕ ਪੇਂਡੂ ਆਮ ਕਿਸਾਨ ਦੀ ਅਨਪੜ੍ਹ ਦੀ ਸਮਝ ਵਿੱਚੋਂ ਨਿਕਲੀ ਹੋਈ ਗੱਲ ਹੈ। ਇਹਦੇ 'ਚ ਕੋਈ ਤੁਹਾਨੂੰ ਫਲਸਫਾ ਪੜ੍ਹਨ ਦੀ ਲੋੜ ਨਹੀਂ, ਨਾ ਡਿਗਰੀਆਂ ਲੈਣ ਦੀ ਲੋੜ ਹੈ। ਧਰਮ, ਸਮਾਜ ਤੇ ਤੁਹਾਡੀ ਡੈਮੋਕ੍ਰੇਸੀ ਵੀ ਇੰਝ ਹੀ ਹੁੰਦੇ ਆ। ਜੇ ਤੁਸੀਂ ਉਹਨਾਂ ਨੂੰ ਗੁੰਡਿਆਂ ਦੇ ਹੱਥ, ਗੈਂਗਸਟਰਾਂ ਦੇ ਹੱਥ, ਪੁਲਿਸ ਦੇ ਹੱਥ ਕੱਲਿਆਂ ਦੇ ਛੱਡ ਦਿਓਗੇ, ਜਾਂ ਹੋਰ ਹੀ ਲੋਕਾਂ ਦੇ ਹੱਥ ਛੱਡ ਦਿਓਗੇ ਜਿਨ੍ਹਾਂ ਦੇ ਹਿੱਤ ਲੋਕਾਂ 'ਚ ਨਹੀਂ ਹੈਗੇ, ਤਾਂ ਫਿਰ ਜੁੱਤੀਆਂ ਖਾਣ ਦਾ ਮਸਾਲਾ ਅਸੀਂ ਆਪ ਕਰਦੇ ਹਾਂ। ਠੀਕ, ਉਹ ਪੈਂਦੀਆਂ ਵੀ ਆ ਫਿਰ ਸਾਨੂੰ। ਧਰਮ ਦੇ ਅੰਦਰ ਵੀ ਭਾਵੇਂ ਕੋਈ ਵੀ ਧਰਮ ਹੋਵੇ, ਆ ਪਿੱਛੇ ਜੇ ਇੱਕ ਨਰਸ ਨੇ ਕਿਹਾ ਕਿ ਨਹੀਂ, ਸਾਡੇ ਇੱਕ ਫਾਦਰ ਨੇ, ਸਾਡੇ ਸੀਨੀਅਰ ਬੰਦੇ ਨੇ, ਸਾਨੂੰ ਰੇਪ ਹੋਇਆ, ਉਹ ਕੇਸ ਕੇਰਲਾ ਵੇਲਾ ਕਿੰਨੀ ਦੇਰ ਚੱਲਿਆ ਪੰਜਾਬ ਦਾ, ਕਿਉਂਕਿ ਉਹ ਫਾਦਰ ਸੀਗਾ, ਇਸ ਕਰਕੇ ਉਹ ਬੜਾ ਦੇਰ ਕੇਸ ਚੱਲਿਆ, ਬਾਅਦ ਚੋਂ ਬਰੀ ਹੋਇਆ, ਜੋ ਹੋਇਆ ਹੋਇਆ। ਧਰਮ ਇਸੇ ਤਰ੍ਹਾਂ ਹੀ ਹੁੰਦਾ, ਕੋਈ ਵੀ ਧਰਮ ਹੋਵੇ, ਉਹ ਹਿੰਦੂ ਧਰਮ ਹੋਵੇ, ਸਿੱਖ ਧਰਮ ਹੋਵੇ, ਕ੍ਰਿਸਚੀਅਨ ਹੋਣ, ਜਾਂ ਕੋਈ ਹੋਰ ਧਰਮ ਹੋਵੇ, ਜੇ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਉਹਦੇ ਵਿੱਚ ਵੀ ਉਸ ਤਰ੍ਹਾਂ ਹੀ ਨਿਗਾਰ ਤੇ ਵਿਗਾੜ ਪੈ ਸਕਦੇ ਹੁੰਦੇ। ਅੱਜ ਕੀ ਹੋਇਆ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਇੱਕ ਬਜ਼ੁਰਗ ਨੂੰ ਕੁੱਟਿਆ, ਬਦਮਗਜੀ ਕੀਤੀ, ਜੋ ਵੀ ਹੈ, ਉਹ ਤਰੀਕਾ ਨਹੀਂ ਹੈਗਾ। ਉਹਦੇ ਨਾਲ ਕੀ ਹੈ, ਬੜਾ ਮੈਸੇਜ ਗਲਤ ਜਾਂਦਾ। ਬਿਲਕੁਲ ਅੱਗੇ ਇੱਕ ਵਾਰੀ ਇੱਕ ਬੰਦੇ ਨੂੰ ਤੁਸੀਂ ਨਿਹੰਗ, ਸਾਡੇ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ, ਉਹਨਾਂ ਨੇ ਇੱਕ ਬੰਦੇ ਨੂੰ ਕਿਵੇਂ ਟਾਂਕੇ ਵੱਢਿਆ ਸੀਗਾ, ਤੁਹਾਨੂੰ ਦਿਖਾਈ ਸੀ ਵੀਡੀਓ, ਸਾਰਿਆਂ ਨੇ ਦੇਖੀ ਸੀ। ਇਹ ਸਿੱਖੀ ਹੈਗੀ ਆ ਕਿ ਇਸ ਤਰੀਕੇ ਨਾਲ ਤੁਸੀਂ ਸੀਏ ਦੇ ਕੇ ਕਿਸੇ ਨੂੰ, ਇੰਜ ਤੇ ਸਾਡੇ ਬਾਰੇ ਸਗੋਂ ਮੁਗਲਾਂ ਨੂੰ ਦਿਖਾਉਂਦੇ ਰਹੇ ਆ ਵੀ ਉਹਨਾਂ ਨੇ ਸਾਡੇ ਬੰਦਿਆਂ ਨੂੰ, ਆਪਾਂ ਅਰਦਾਸਾਂ 'ਚ ਕਰਦੇ ਆ ਵੀ ਇੰਜ ਸਾਨੂੰ ਤਸੀਹੇ ਦੇ ਕੇ ਮਾਰਿਆ। ਆਪਾਂ ਨਹੀਂ ਇੰਜ, ਆਪਾਂ ਤੇ ਇਹਦੇ ਉਲਟ ਹੈਗੇ ਆ। ਇਸ ਲਈ ਧਰਮ ਨੂੰ ਵੀ ਖਿਆਲ ਰੱਖਣਾ, ਧਰਮ 'ਚ ਨਿਮਰਤਾ, ਸਾਂਝੀਵਾਲਤਾ, ਪਿਆਰ, ਦੂਜੇ ਦੀ ਇੰਡੀਵਿਜੂਅਲਿਟੀ ਦਾ ਸਤਿਕਾਰ। ਇਹ ਨਹੀਂ ਕਿ ਜੇ ਮੇਰੇ ਹੱਥ ਵਰਸ਼ਾ ਆ ਗਿਆ ਤੇ ਮੇਰੇ ਹੱਥ ਮੈਂ ਇੱਕ ਨੌਕਰੀ ਹੈ ਤੇ ਮੇਰੇ ਪਿੱਛੇ ਥਾਪੜਾ ਇੱਕ ਬੜੀ ਤਗੜੀ ਸੰਸਥਾ ਦਾ ਆ ਤੇ ਮੈਂ ਕਿਸੇ ਦੇ ਮਰਜ਼ੀ ਢਿੱਡ 'ਚ ਵਰਸ਼ਾ ਮਾਰ ਦੇ ਨਾ। ਇਹ ਤੇ ਰੱਖਿਆ ਲਈ ਹੈ, ਇਹ ਤੇ ਅਗਲੇ ਨੂੰ ਥੋੜਾ ਭਰੋਸਾ ਦੇਣ ਲਈ ਹੈ ਕਿ ਤੂੰ ਤਕੜਾ, ਮੈਂ ਨਹੀਂ, ਤੂੰ ਤਕੜਾ। ਸ੍ਰੀ ਸਾਹਿਬ ਦਾ ਵੀ ਇਹੀ ਮਤਲਬ ਹੈ ਕਿ ਮੇਰੇ ਗਵਾਂਢੀ ਮੇਰੇ ਕਰਕੇ ਤਕੜਾ, ਨਾ ਕਿ ਮੈਂ ਉਹਨੂੰ ਡਰਾਉਣ ਲਈ ਉਹ ਸ੍ਰੀ ਸਾਹਿਬ ਲਈ ਫਿਰਦਾ। ਇਹ ਗੱਲਾਂ ਸਾਨੂੰ ਧਰਮ ਵੱਲ ਵੀ, ਇਹੀ ਗੁਰਦੁਆਰੇ 'ਚ ਉੱਥੇ ਹੋਇਆ। ਉਹ ਭਾਈ ਜੀ ਹੈਗੇ ਗੁਰਦੁਆਰੇ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ, ਪਤਾ ਲੱਗਾ ਕਿ ਉਹ ਦਲਿਤ ਹੈ। ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਮੂੰਹ ਕਾਲਾ ਕੀਤਾ ਜਾਂ ਹੋਰ ਉਹਦੀ ਬਦਮਗਜੀ ਉੱਥੇ ਸਾਰੀ ਹੋਈ, ਉਹ ਬੜੀ ਅੱਜ ਚਰਚਾ 'ਚ ਰਿਹਾ ਆ। ਇਹੋ ਜਿਹਾ ਹੈ ਕਿ ਸ਼ਾਇਦ ਉਹਦੀ ਕੋਈ ਔਰਤਾਂ ਪ੍ਰਤੀ ਬਦਨੀਤੀ ਸੀ। ਮੈਂ ਕਹਿੰਦਾ ਕੁਛ ਵੀ ਹੋਵੇ, ਅੱਗੇ ਵੀ ਇੱਕ ਗੁਰਦੁਆਰੇ 'ਚ ਇਹੋ ਜਿਹਾ ਕੇਸ ਆਇਆ ਸੀ। ਉੱਥੋਂ ਦੀ ਮੈਨੇਜਮੈਂਟ ਨੇ, ਜਨਤਾ ਨੇ, ਪਿੰਡ ਵਾਲਿਆਂ ਨੇ ਉਹ ਦਰਵਾਜ਼ਾ ਕਰਤਾ ਬੰਦ, ਉਹ ਬੰਦੇ ਨੂੰ ਫੜ ਕੇ, ਜਿਹਦੇ ਤੇ ਇਹੋ ਜਿਹਾ ਇਹਨਾਂ ਨੂੰ ਸ਼ੱਕ ਸੀਗਾ, ਪੁਲਿਸ ਨੂੰ ਦੇ ਦਿੱਤਾ, ਗੱਲ ਖਤਮ ਹੋਈ। ਬੰਦੇ ਦਾ ਨਾਂ, ਇਹ ਉਹ ਜੋ ਵੀ ਹੋਣਾ ਸੀ, ਬਥੇਰੀ ਬਦਨਾਮੀ ਹੋਈ। ਤੁਸੀਂ ਇਸ ਕਰਕੇ ਕਿਸੇ ਨੂੰ ਕਰੋਗੇ ਕਿ ਕੋਈ ਬੰਦਾ ਬੇਜ਼ਬਾਨਾ ਜਾਂ ਕਮਜ਼ੋਰ ਆ ਤੇ ਆਹ ਕੰਮ ਕਰੋ, ਇਹ ਤਾਲੀਬਾਨੀ ਕੰਮ ਆ, ਇਹ ਸਿੱਖੀ ਦੇ ਕੰਮ ਨਹੀਂ। ਸਿੱਖੀ ਜੋੜਦੀ ਹੈ, ਸਿੱਖੀ ਵਿਚਾਰਦੀ ਹੈ, ਸਿੱਖੀ ਸੁਧਾਰਦੀ ਹੈ। ਨਹੀਂ ਤੇ ਤਾਲੀਬਾਨ ਨੇ ਕੰਮ ਕੀ ਆ, ਫੜੋ ਮਾਰੋ ਗੋਲੀ, ਮਾਰੋ ਕੋੜੇ, ਮਾਰੋ ਚੱਕਰ, ਪਿੱਛੇ ਥੱਲੇ ਸੁੱਟ ਕੇ ਮਾਰੋ, ਜੁੱਤੀਆਂ ਮਾਰੋ ਇਹਨਾਂ ਦੇ, ਪੱਥਰ ਮਾਰੋ ਇਹਨਾਂ ਦੇ, ਇਹ ਕੰਮ ਕਰਨੇ ਆਪਾਂ। ਇਹ ਸਿੱਖੀ ਨਹੀਂ ਹੈਗੀ। ਇਸ ਲਈ ਜੋ ਵੀ ਅੱਜ ਹੋਇਆ ਉਹ ਬੜਾ ਦਰਦਨਾਕ ਹੈਗਾ। ਪਹਿਲਾਂ ਹੀ ਖਬਰਾਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ, ਰੋਜ਼ ਆਉਂਦੀਆਂ। ਇਸ ਲਈ ਇਹਦਾ ਮਤਲਬ ਮੈਂ ਇਹ ਕੱਢਦਾ ਹਾਂ ਕਿ ਅਜੇ ਵੀ ਸਾਡੇ ਮਨਾਂ ਦੇ ਵਿੱਚ ਜਾਤੀਵਾਦ ਜਿਹੜਾ ਕੋੜ ਆ, ਉਹਨੂੰ ਅਸੀਂ ਦੂਰ ਨਹੀਂ ਕਰ ਸਕੇ। ਐਸਜੀਪੀਸੀ ਨੂੰ ਤੇ ਜਿਹੜੇ ਸਾਡੇ ਅਸਲ ਮਾਨਿਆਂ ਦੇ ਵਿੱਚ ਸਿੱਖ ਸ਼ਰਧਾਲੂ ਆ, ਉਹਨਾਂ ਨੂੰ ਬੜੀ ਮਿਹਨਤ ਕਰਨ ਦੀ ਲੋੜ ਹੈ ਕਿ ਇਹ ਜਿਹੜਾ ਗੈਪ, ਇਹ ਪਾੜੇ, ਸਮਾਜਿਕ ਪਾੜੇ ਤੇ ਜਿਹੜੇ ਨਫ਼ਰਤ ਦੇ ਬੀਜ ਇੱਕ ਦੂਜੇ ਦੇ ਜਾਤੀ ਦੇ ਪ੍ਰਤੀ ਹੈਗੇ ਆ, ਇਸ ਨੂੰ ਕਿਵੇਂ ਖਤਮ ਕਰਨਾ, ਨਫ਼ਰਤ ਦੀ ਖੇਤੀ ਨੂੰ ਕਿਵੇਂ ਖਤਮ ਕਰਨਾ,
ਉਸ ਲਈ ਸਾਨੂੰ ਸਾਰਿਆਂ ਨੂੰ ਲੰਬੇ ਤੌਰ ਤੱਕ ਉਪਰਾਲੇ ਕਰਨੇ ਪੈਣਗੇ, ਕਿਉਂਕਿ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ, ਜਿਵੇਂ ਬਰੂ ਦੀਆਂ ਬਹੁਤ ਡੂੰਘੀਆਂ ਜੜ੍ਹਾਂ ਹੁੰਦੀਆਂ, ਬਾਰ-ਬਾਰ ਕੱਟੋ ਬਾਰ-ਬਾਰ ਉੱਗਾਉਂਦਾ, ਇਹ ਬਾਰ-ਬਾਰ ਉੱਗੂਗਾ। ਪਰ ਸਾਨੂੰ ਅਸੀਂ ਹੁਣ ਬਰੂ ਜਿਹੜਾ ਇੱਕ ਬਹੁਤ ਹਾਰਡੀ ਵੀਡ ਹੁੰਦਾ ਸੀ, ਕਹਿੰਦੇ ਸੀ ਉਹ ਇੱਲ ਦੇ ਆਲਣੇ 'ਚ 12 ਸਾਲ ਪਿਆ ਰਹੇ ਤੇ ਥੱਲੇ ਡਿੱਗ ਕੇ ਫਿਰ ਹਰਾ ਹੋ ਜਾਂਦਾ ਸੀ 12 ਸਾਲਾਂ ਬਾਅਦ, ਇੰਨਾ ਹਾਰਡੀ ਵੀਡ ਸੀ। ਜਦੋਂ ਦਾ ਝੋਨਾ ਆਇਆ ਸਾਰਾ ਖਤਮ ਹੋ ਗਿਆ। ਤੇ ਜਿਸ ਤਰ੍ਹਾਂ ਝੋਨੇ ਨੇ ਬਰੂ ਖਤਮ ਕਰਤਾ, ਆਪਾਂ ਵੀ ਕੋਈ ਇਹੋ ਜਿਹੀ ਚੰਗੀ ਖੇਤੀ ਧਰਮ ਦੀ ਕਰੀਏ ਕਿ ਇਹੋ ਜਿਹੀਆਂ ਕੁਰੀਤੀਆਂ ਜੜ੍ਹਾਂ ਤੋਂ ਖਤਮ ਹੋ ਜਾਣ। ਪਰ ਇੱਥੇ ਤਾਂ ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਮੇਟੀ ਤੇ ਵੀ ਉਂਗਲ ਉੱਠ ਜਾਂਦੀ ਹੈ, ਜਿਵੇਂ ਬਜ਼ੁਰਗ ਦੀ ਕੁੱਟਮਾਰ ਕਰਤੀ, ਉੱਥੇ 24 ਘੰਟੇ ਗੁਰਬਾਣੀ ਚੱਲਦੀ ਹੈ, ਫਿਰ ਵੀ ਉਹਨਾਂ ਜਿਹੜੇ ਸੇਵਾਦਾਰ ਨੇ, ਜਿਹੜੇ ਉੱਥੇ ਮੁਲਾਜ਼ਮ ਨੇ, ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਅਸੀਂ ਕੀ ਕੁਕਰਮ ਮਤਲਬ ਇੱਕ ਤਰੀਕੇ ਦਾ ਕਰ ਰਹੇ ਹਾਂ, ਉਹਦੀ ਕੁੱਟਮਾਰ ਕਰ ਰਹੇ ਹਾਂ ਸੰਗਤ ਦੇ ਸਾਹਮਣੇ। ਫਿਰ ਜਦੋਂ ਉੱਪਰਲੇ ਲੈਵਲ ਤੇ ਇਹੋ ਜਿਹਾ ਕੁਝ ਹੋਵੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਸਿੱਖੀ ਕਿੱਥੇ ਆ? ਜੇ ਲੋਕ ਗੁਰਬਾਣੀ ਵੀ ਪੜ੍ਹਦੇ ਨੇ ਤਾਂ ਅਮਲ ਨਹੀਂ ਕਰਦੇ, ਜੇ ਅਮਲ ਕਰਦੇ ਹੋਣ ਤਾਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਬਰਾਬਰਤਾ ਦਾ ਦਰਜਾ ਸਭ ਨੂੰ ਮਿਲੇ। ਜਿੱਥੇ ਗੁਰਦੁਆਰੇ ਵੱਖੋ ਵੱਖਰੇ ਬਣੇ ਹੋਏ ਨੇ ਜਾਤਾਂ ਦੇ, ਜਿੱਥੇ ਸਿਵੇ ਵੱਖੋ ਵੱਖਰੇ ਬਣੇ ਹੋਏ ਨੇ, ਉੱਥੋਂ ਫਿਰ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।